ਆਪਾਂ ਡੇਲੀ ਇਸ ਮੀਟਿੰਗ ਚ ਆ ਰਹੇ ਹਾਂ। ਇਹਦਾ ਕੋਈ ਮੋਟਿਵ ਆ? ਅਸੀਂ ਸਾਰੇ ਹੀ ਫ੍ਰੀ ਘਰਾਂ 'ਚ ਬੈਠੇ ਹੋਏ ਸੀ। ਕੁਝ ਸਾਡੇ ਸਿਸਟਰਸ ਆਲਰੇਡੀ ਅਰਨ ਕਰ ਰਹੇ ਸੀ, ਪਰ ਸਾਡਾ ਮੇਨ ਮੋਟਿਵ ਇਸ ਵੇਲੇ ਇਸ ਮੀਟਿੰਗ 'ਚ ਆਉਂਦਾ ਹੈ ਕਿ ਮੇਰੀ ਸਕਸੈਸਫੁਲ ਫਰੈਂਡ ਸਾਨੂੰ ਸਾਰਿਆਂ ਨੂੰ ਇੱਕ ਨਵੇਂ ਰਸਤੇ ਤੇ ਲੈ ਕੇ ਆਈ ਹੈ। ਕਿਉਂਕਿ ਇਸ ਵੇਲੇ ਸਾਡੇ ਮੇਨ ਇੰਡੀਆ ਦੀ, ਸਾਡੀ ਸੋਸਾਇਟੀ ਦੀ ਪ੍ਰੋਬਲਮ ਕੀ ਆ? ਇੱਕ ਹੈਲਥ ਔਰ ਇੱਕ ਵੈਲਥ, ਜਿਹੜੀ ਕਿ ਹਰ ਹਾਲ 'ਚ ਅਸੀਂ ਇਗਨੋਰ ਨਹੀਂ ਕਰ ਸਕਦੇ, ਕਿਉਂਕਿ ਸਾਡੀ ਸੋਸਾਇਟੀ 'ਚ ਸਾਨੂੰ ਇਹ ਦੇਖਣ 'ਚ ਆ ਰਿਹਾ ਕਿ ਹੈਲਥ ਔਰ ਵੈਲਥ ਇੱਕ ਇਹੋ ਜਿਹੇ ਇਸ਼ੂ ਨੇ ਜਿਹੜੇ ਸਾਨੂੰ ਕਿਤੇ ਨਾ ਕਿਤੇ ਡੇਲੀ ਮਾਈਂਡ ਸਟ੍ਰਾਈਕ ਕਰਦੇ ਨੇ। ਔਰ ਇਹ ਇੱਕ ਇਹੋ ਜਿਹਾ ਪ੍ਰੋਫੈਸ਼ਨ ਹੈ ਜਿਹਦੇ ਤੋਂ ਅਸੀਂ ਆਪਣੀ ਹੈਲਥ ਡੈਫੀਨੇਟਲੀ ਬਹੁਤ ਵਧੀਆ ਕਰ ਸਕਦੇ ਹਾਂ। ਇਹਦੇ ਹੈਲਥ ਸਪਲੀਮੈਂਟਸ ਜਿਹੜੇ ਨੇ ਮੋਦੀ ਕੇਅਰ ਦੇ, ਇਹ ਬਹੁਤ ਹੀ ਵਧੀਆ ਨੇ। ਅਕਸਰ ਦੇਖਿਆ ਜਾਂਦਾ ਹੈ ਕਿ ਫਰੈਂਡਸ ਸਾਰੀਆਂ ਕੰਮ ਕਰਕੇ ਆਪਣੇ ਆਪ ਨੂੰ ਬਹੁਤ ਹੀ ਥੱਕੀਆਂ ਹੋਈਆਂ ਫੀਲ ਕਰਦੀਆਂ ਨੇ, ਪਰ ਹੈਲਥ ਸਪਲੀਮੈਂਟਸ, ਮਲਟੀਵਿਟਾਮਿਨਸ ਹੋ ਗਏ, ਪ੍ਰੋਟੀਨ ਹੋ ਗਿਆ, ਕੈਲਸ਼ੀਅਮ ਹੋ ਗਿਆ, ਜਿਹੜਾ ਕਿ ਸਾਨੂੰ ਡਾਕਟਰ ਤੇ ਪੈਸੇ ਖਰਚਣ ਤੋਂ ਬਚਾਉਂਦਾ ਹੈ ਤੇ ਸਾਡੇ ਘਰ 'ਚ ਸਾਰਿਆਂ ਦੀ ਹੈਲਥ ਦਾ ਧਿਆਨ ਰੱਖਦਾ ਹੈ। ਔਰ ਜਦੋਂ ਹੈਲਥ ਦੇ ਨਾਲ ਨਾਲ ਸਾਨੂੰ ਵੈਲਥ ਮਿਲ ਰਹੀ ਹੁੰਦੀ ਹੈ ਤੇ ਉਹ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ। ਬਹੁਤ ਹੀ ਵਧੀਆ ਲੱਗਦਾ ਜਦੋਂ ਸਾਡੇ ਘਰ 'ਚ ਇੱਕ ਸੁਪਨੇ ਸੱਚ ਹੋਣੇ ਸ਼ੁਰੂ ਹੁੰਦੇ ਆ। ਔਰ ਇਹ ਇਹੋ ਜਿਹਾ ਪਲੇਟਫਾਰਮ ਹੈ ਜਿਹਦੇ ਤੋਂ ਅਸੀਂ ਆਪਣੇ ਸੁਪਨੇ ਦੁਬਾਰਾ ਦੇਖਣੇ ਸਟਾਰਟ ਕਰਦੇ ਹਾਂ। ਮੇਰੀ ਸਕਸੈਸਫੁਲ ਫਰੈਂਡ ਜਿਹੜੀ ਕਿ ਸਿਰਫ 2-2.5 ਸਾਲ ਤੋਂ ਕੰਮ ਕਰ ਰਹੀ ਹੈ ਔਰ ਅਸੀਂ ਉਹਦੇ ਹੀ ਰਸਤੇ ਤੇ ਚੱਲਣਾ ਸਟਾਰਟ ਕਰ ਰਹੇ ਹਾਂ, ਉਹਨੇ 2 ਸਾਲਾਂ 'ਚ ਇਹ ਪ੍ਰੂਵ ਕਰ ਦਿੱਤਾ ਕਿ ਇਹ ਇੱਕ ਇਹੋ ਜਿਹਾ ਪਲੇਟਫਾਰਮ ਹੈ ਕਿ ਅਗਰ ਕੋਈ ਲੇਡੀ ਚਾਹੇ, ਅਗਰ ਕੋਈ ਸਾਡੀ ਭੈਣ ਚਾਹੇ, ਤੇ ਉਹ ਕਿਸ ਤਰ੍ਹਾਂ ਆਕਾਸ਼ ਦੀਆਂ ਬੁਲੰਦੀਆਂ ਤੇ ਪਹੁੰਚ ਸਕਦੀ ਹੈ। ਔਰ ਉਹਦਾ ਸਕਸੈਸ ਦਾ ਸਫ਼ਰ ਅਸੀਂ ਡੇਲੀ ਉਹਦੇ ਕੋਲੋਂ ਕੁਝ ਟਿਪਸ ਲੈ ਕੇ ਕਵਰ ਕਰਨਾ ਚਾਹਾਂਗੇ। ਅਸੀਂ ਚਾਹੁੰਦੇ ਹਾਂ ਕਿ ਅਸੀਂ ਵੀ ਉਹਨੂੰ ਫੋਲੋ ਕਰੀਏ ਤੇ ਉੱਥੋਂ ਤੱਕ ਪਹੁੰਚੀਏ ਜਿੱਥੋਂ ਤੱਕ ਮਨਦੀਪ ਪਹੁੰਚ ਚੁੱਕੀ ਹੈ। ਮੇਰੇ ਸਾਰੇ ਦੋਸਤੋ, ਡੇਲੀ ਮੀਟਿੰਗ ਦਾ ਇਹੀ ਮੋਟਿਵ ਹੈ ਕਿ ਅਸੀਂ ਆਪਣੇ 2-2, 4-4 ਦੋਸਤ ਆਪਣੇ ਨਾਲ ਜੋੜੀਏ, ਤਾਂ ਕਿ ਜ਼ਰੂਰਤ ਤੇ ਸਭ ਦੀ ਹੈ। ਸਭ ਤੋਂ ਪਹਿਲੇ ਹੈਲਥ, ਫਿਰ ਨਾਲ ਵੈਲਥ, ਜਿਹੜੀ ਕਿ ਇਸ ਵੇਲੇ ਸੋਸਾਇਟੀ ਦੀ ਮੇਨ ਪ੍ਰੋਬਲਮ ਹੈ। ਮੈਂ ਇਨਵਾਈਟ ਕਰਾਂਗੀ ਆਪਣੀ ਮਨਦੀਪ ਫਰੈਂਡ ਨੂੰ, ਤਾਂ ਕਿ ਉਹ ਸਾਨੂੰ ਸਾਰਿਆਂ ਨੂੰ ਦੱਸੇ ਕਿ ਅਸੀਂ ਇਸ ਪ੍ਰੋਬਲਮ ਤੋਂ ਕਿਸ ਤਰ੍ਹਾਂ ਬਾਹਰ ਆ ਸਕਦੇ ਹਾਂ ਔਰ ਆਪਣੇ ਆਪ ਨੂੰ ਕਿਸ ਤਰ੍ਹਾਂ ਬੁਲੰਦੀਆਂ ਤੇ ਲੈ ਜਾ ਸਕਦੇ ਹਾਂ। ਪਲੀਜ਼ ਵੈਲਕਮ ਮਨਦੀਪ, ਆ ਕੇ ਸਭ ਨੂੰ ਗਾਈਡ ਕਰੋ। ਥੈਂਕ ਯੂ ਸੋ ਵੈਰੀ ਮਚ ਮਾਈ ਡੀਅਰ, ਥੈਂਕ ਯੂ ਸੋ ਵੈਰੀ ਮਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਤੁਹਾਡੇ ਸਾਰਿਆਂ ਦਾ ਵੈਲਕਮ ਅੱਜ ਦੇ ਸੈਸ਼ਨ ਵਿੱਚ, ਜਿਹੜਾ ਅਸੀਂ ਅੱਜ ਕੁਝ ਇਹੋ ਜਿਹੀਆਂ ਗੱਲਾਂ ਨੂੰ ਲੈ ਕੇ ਪਲਾਨ ਕੀਤਾ ਵਾ ਜਿਹੜੀਆਂ ਤੁਹਾਡੀਆਂ ਤੇ ਮੇਰੀਆਂ ਸਾਰਿਆਂ ਦੀਆਂ ਨੇ। ਦੇਖੋ, ਗੱਲਾਂ ਬਹੁਤ ਤਰੀਕੇ ਦੀਆਂ ਹੁੰਦੀਆਂ ਨੇ, ਔਰ ਬੋਲਿਆ ਜਾਵੇ ਗੱਲਾਂ ਹੀ ਸਭ ਕੁਝ ਹੁੰਦਾ ਤੇ ਵੀ ਗੱਲ ਗਲਤ ਨਹੀਂ ਆ, ਕਿਉਂਕਿ ਗੱਲਾਂ 'ਚ ਬੜੀ ਜਾਨ ਆ। ਗੱਲਾਂ ਹੀ ਤੁਹਾਨੂੰ ਕੁਛ ਕਰ ਗੁਜ਼ਰਨ ਤੇ ਮਜਬੂਰ ਕਰਦੀਆਂ ਨੇ, ਤੇ ਗੱਲਾਂ ਹੀ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਲਈ ਮਜਬੂਰ ਕਰਦੀਆਂ ਨੇ। ਕੁਝ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਕਿ ਤੁਸੀਂ ਕਿਸੇ ਦੇ ਲਈ ਜਾਨ ਦੇ ਦਿੰਦੇ ਜੇ, ਤੇ ਕੁਝ ਗੱਲਾਂ ਹੀ ਇਹੋ ਜਿਹੀਆਂ ਹੋ ਜਾਂਦੀਆਂ ਜੇ ਤੁਸੀਂ ਕਿਸੇ ਦੀ ਜਾਨ ਲੈ ਵੀ ਲੈਂਦੇ ਹੋ। ਭਾਵੇਂ ਅੱਜ ਦਾ ਟੌਪਿਕ ਦਾ ਸਟਾਰਟ ਮੈਂ ਜਾਨ ਦੇਣ ਤੇ ਜਾਨ ਲੈਣ ਤੋਂ ਕਰ ਰਹੀ ਹਾਂ, ਪਰ ਆਪਣਾ ਜਿਹੜਾ ਬੋਲਣ ਦਾ, ਆਪਣਾ ਜਿਹੜਾ ਅੱਜ ਦਾ ਸਬਜੈਕਟ ਹੈ ਨਾ, ਉਹ ਸਾਡੇ ਸਾਰਿਆਂ ਦੀ ਜ਼ਿੰਦਗੀ ਨੂੰ ਟੱਚ ਕਰਨ ਵਾਲਾ ਵਾ, ਔਰ ਆਲਰੇਡੀ ਉਹ ਟੱਚ ਕਰ ਰਿਹਾ ਵਾ। ਸਿੰਪਲ ਜੀ ਗੱਲ ਆ ਕਿ ਅਸੀਂ ਸਾਡੀ ਜ਼ਿੰਦਗੀ ਵਿੱਚ ਕਿਉਂ ਆ, ਇਹਦੇ ਪਿੱਛੇ ਕੋਈ ਕਾਰਨ ਆ, ਅਸੀਂ ਕਿੱਥੇ ਜਾਣਾ ਚਾਹੁੰਦੇ ਆ, ਇਹਦੇ ਵਾਸਤੇ ਕੋਈ ਡੈਸਟੀਨੇਸ਼ਨ ਆ। ਬਟ ਵਾਟਸ ਮਿਸਿੰਗ, ਉਹਦੇ ਵਿੱਚ ਇੱਕ ਸਾਡੀ ਸੋਚ ਜਿਹੜੀ ਆ ਨਾ, ਉਹ ਮਿਸ ਹੋ ਗਈ ਹੈ ਇਸ ਵੇਲੇ। ਅਗਰ ਕੋਈ ਸਭ ਤੋਂ ਵੱਡੀ ਪ੍ਰੋਬਲਮ ਆ, ਤੇ ਪ੍ਰੋਬਲਮ ਇਹ ਆ ਕਿ ਅਸੀਂ ਸੋਚਣਾ ਛੱਡ ਚੁੱਕੇ ਹਾਂ। ਅਸੀਂ ਸੋਚ ਨਹੀਂ ਰਹੇ। ਅਸੀਂ ਸਾਡੀ ਜਿਹੜੀ ਸੋਚਣ ਸ਼ਕਤੀ ਆ ਉਹ ਤੇ ਅੱਗੇ ਨੂੰ ਵੱਧ ਗਈ ਹੈ, ਬਟ ਫਿਰ ਵੀ ਅਸੀਂ ਸੋਚ ਨਹੀਂ ਰਹੇ। ਅਸੀਂ ਕਿਸੇ ਰਾਹਾਂ ਤੇ ਤੁਰ ਪਏ, ਇਹੋ ਜਿਹੇ ਰਾਹ ਜਿਨ੍ਹਾਂ ਦਾ ਅੰਤ ਹੀ ਨਹੀਂ ਆ ਰਿਹਾ, ਨਦੀ ਦੇ 2 ਕਿਨਾਰਿਆਂ ਵਾਂਗੂ ਉਹ ਤੁਰੇ ਹੀ ਜਾ ਰਹੇ ਆ, ਕਿਤੇ ਮਿਲ ਹੀ ਨਹੀਂ ਰਹੇ। ਇਹ ਸਾਡੇ ਆਪਣੇ ਕੁਝ ਉਹ ਰਸਤੇ ਨੇ ਜਿਨ੍ਹਾਂ ਦੇ ਬਾਰੇ ਅੱਜ ਆਪਾਂ 1 ਘੰਟਾ, ਸਵਾ ਘੰਟਾ, ਜੋ ਵੀ ਆਪਾਂ ਟਾਈਮ ਇੱਕ ਦੂਜੇ ਨਾਲ ਸਪੈਂਡ ਕਰਾਂਗੇ, ਉਹ 'ਚ ਆਪਾਂ ਡਿਸਕਸ ਕਰਾਂਗੇ। ਤੇ ਸਭ ਤੋਂ ਵੱਡੀ ਜਿਹੜੀ ਉਪਲਬਧੀ ਦੀ ਅਗਰ ਗੱਲ ਕੀਤੀ ਜਾਵੇ, ਤੇ ਇਸ ਵੇਲੇ ਦੀ ਉਪਲਬਧੀ ਆ ਕਿ ਅਸੀਂ ਇਸ ਐਡਵਾਂਸਡ ਜਗ੍ਹਾ ਤੇ ਹੈ। ਜਿਹੜਾ ਸਮਾਜ ਇਸ ਵੇਲੇ ਤੁਹਾਡੇ ਕੋਲ ਆ, ਇਹ ਐਡਵਾਂਸਡ ਆ। ਥੋੜਾ ਜਿਹਾ ਆਪਾਂ ਆਪਣੇ ਗ੍ਰੇਟ ਗ੍ਰੈਂਡਫਾਦਰਸ ਵੱਲ ਚਲੇ ਜਾਈਏ, ਵੱਡਿਆਂ ਵਡੇਰਿਆਂ ਵੱਲ ਚਲੇ ਜਾਈਏ, ਪੰਜਾਬ ਦੀਆਂ ਉਹਨਾਂ ਪਿੰਡਾਂ ਸ਼ਹਿਰਾਂ 'ਚ ਪਹੁੰਚੀਏ ਜਿਹੜੇ ਅੱਜ ਵਰਗੇ ਪਹਿਲਾਂ ਨਹੀਂ ਸੀ।
एक समा सी तुर के पहुंचना पैंदा सी। किसी एक समझदार ने गड्ढा बनाया, उस गड्ढे तो बाद हौली हौली तरक्की होंदिया अज दा इस वेले दा जहाज तुहाडे कोल आ। बट गड्ढे तो लैके जहाज तक दा सफर एक दिन च तय नहीं होया। बहुत मेहनत लगी आ, बहुत ध्यान लगा, बहुत हार्ड वर्क लगा, फिर जाके तुसी अपने आप ਨੂੰ ਗੱਡੇ ਤੋਂ ਜਹਾਜ਼ ਦੇ ਫਰਕ ਵਿੱਚ ਦੇਖ ਪਾ ਰਹੇ ਹੋ। ਕਦੀ ਉਹ ਸਮਾਂ ਸੀਗਾ ਕਿ ਤੁਸੀਂ ਆਪਣੇ ਕਿਸੇ ਦੇ ਕੋਲ ਜਾਣਾ ਹੁੰਦਾ ਸੀਗਾ ਤੇ ਤੁਹਾਨੂੰ ਕਈ ਦਿਨ ਮਹੀਨੇ ਰਾਤਾਂ ਲੰਘ ਜਾਂਦੀਆਂ ਸੀ। ਇਸੇ ਕਰਕੇ ਜਦੋਂ ਧੀਆਂ ਵਿਆਹੀਆਂ ਜਾਂਦੀਆਂ ਸੀ ਤੇ ਬੜੇ ਸਾਲ ਹੁੰਦੇ ਸੀ ਉਹਨਾਂ ਕੋਲ ਪਹੁੰਚਿਆ ਨਹੀਂ ਸੀ ਜਾਂਦਾ। ਆਪਾਂ ਪੁਰਾਣੀਆਂ ਬਹੁਤ ਸਾਰੀਆਂ ਕਹਾਣੀਆਂ ਸੁਣਦੇ ਆ ਜਿਹ 'ਚ ਊਠ ਵਾਲੇ ਕੋ ਕੋਈ ਬੀਬੀਆਂ ਆਪਣੇ ਘਰ ਆਪਣੇ ਪੇਕਿਆਂ ਨੂੰ ਆਪਣਾ ਸੁਣਾ ਦਿੰਦੀਆਂ ਸੀਗੀਆਂ, ਕਿਉਂਕਿ ਉਸ ਸਮੇਂ 'ਚ ਊਠਾਂ ਤੇ ਵਪਾਰ ਹੁੰਦਾ ਸੀ, ਲੋਕ ਇਧਰ ਉਧਰ ਦਾ ਸਫ਼ਰ ਤੈਅ ਕਰਦੇ ਸੀ। ਇਸ ਵੇਲੇ ਇਸ ਸਮੇਂ ਦੀ ਇਹ ਖਾਸੀਅਤ ਹੀ ਆ ਕਿ ਮੈਂ ਹਜੂਰ ਸਾਹਿਬ ਬੈਠੀ, ਤੁਹਾਡੇ ਨਾਲ ਅੰਮ੍ਰਿਤਸਰ ਬੈਠਿਆ, ਤੁਹਾਡੇ ਨਾਲ ਪਿੰਡਾਂ ਸ਼ਹਿਰਾਂ 'ਚ ਬੈਠਿਆ, ਜਲੰਧਰ ਬੈਠਿਆ, ਮੇਰੀ ਤੁਹਾਡੇ ਨਾਲ ਗੱਲ ਹੋ ਰਹੀ ਆ। ਆਪਾਂ ਕਰ ਕੀ ਰਹੇ ਆ? ਗੱਲਾਂ ਕਰ ਰਹੇ ਆ, ਬਟ ਕੀ ਆਪਾਂ ਅੱਜ ਤੋਂ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਸੀ? ਆਪਾਂ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ। ਅੱਜ ਪਹਿਲੀ ਵਾਰ ਸਾਡੀ ਮੁਲਾਕਾਤ ਹੋ ਰਹੀ ਆ ਔਰ ਮੈਂ ਤੁਹਾਡੇ ਘਰ ਚੱਲ ਕੇ ਆਈ ਆ ਔਰ ਉਹਦੇ ਵਾਸਤੇ ਮੈਨੂੰ ਆਪਣੇ ਘਰੋਂ ਨਿਕਲਣਾ ਵੀ ਨਹੀਂ ਪਿਆ। ਮੈਂ ਆਪਣੇ ਘਰੋਂ ਤੁਹਾਡੇ ਨਾਲ ਗੱਲ ਕਿਉਂ ਕਰ ਪਾ ਰਹੀ ਹਾਂ? ਕਿਉਂਕਿ ਇਸ ਵੇਲੇ ਅਸੀਂ ਇੱਕ ਐਡਵਾਂਸਡ ਟਾਈਮ ਦੇ ਵਿੱਚ ਆ। ਥੋੜੀਆਂ ਬਚਪਨ ਦੇ ਵਿੱਚ ਅਗਰ ਆਪਾਂ ਜਾਈਏ ਵਾਪਸ ਥੋੜਾ ਜਿਹਾ ਤੇ ਅਸੀਂ ਕੁਝ ਇਹੋ ਜਿਹੀਆਂ ਗੱਲਾਂ ਉਦੋਂ ਕੁਝ ਪਿਕਚਰਸ ਦੇਖਦੇ ਸੀਗੇ, ਜਿਵੇਂ ਇੱਕ ਮਿਸਟਰ ਇੰਡੀਆ ਸੀ, ਜੇ ਹੱਥੇ ਘੜੀ ਪਾਓ ਤੇ ਬੰਦਾ ਦਿਖਣੋਂ ਬੰਦ ਹੋ ਜਾਂਦਾ। ਇੱਕ ਟਾਈਮ ਵਾਸਤੇ ਕਾਰਟੂਨਸ ਐਂਡ ਆਲ ਆਪਾਂ ਬਹੁਤ ਕੁਝ ਦੇਖਿਆ ਹੋਇਆ ਵਾ, ਜਿਹਦੇ ਵਿੱਚ ਇਮੇਜਿਨ ਕੀਤਾ ਜਾਂਦਾ ਸੀਗਾ ਕਿ ਅਸੀਂ ਅਗਲੇ ਸਮੇਂ 'ਚ ਜਾ ਸਕਦੇ ਹਾਂ, ਪਿਛਲੇ ਸਮੇਂ 'ਚ ਜਾ ਸਕਦੇ ਹਾਂ। ਮੇਰੀ ਜਿਹੜੀ ਪੜ੍ਹਾਈ ਆ ਉਹ ਫੋਰੈਸਟ ਸਕੂਲ ਅੰਮ੍ਰਿਤਸਰ ਤੋਂ ਹੋਈ ਤੇ ਮੈਨੂੰ ਚੰਗੇ ਤਰੀਕੇ ਯਾਦ ਆ ਕਿ 4th ਜਾਂ 5th ਵਿੱਚ, ਸਿਰਫ 4th 5th ਵਿੱਚ ਹਲਕਾ ਜਿਹਾ ਕਨਫਿਊਜ਼ਨ ਆ, 4th ਜਾਂ 5ਵੀਂ ਕਲਾਸ ਵਿੱਚ ਮੈਂ ਇੱਕ ਲੈਸਨ ਪੜ੍ਹਿਆ ਸੀ ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਇੱਕ ਦੂਜੇ ਨੂੰ ਵੇਖ ਕੇ ਗੱਲ ਕਰ ਪਾਉਣਗੇ। ਤੇ ਅੱਜ ਤੁਸੀਂ ਦੇਖ ਲਓ ਅਸੀਂ ਇੱਕ ਦੂਜੇ ਨੂੰ ਦੇਖ ਕੇ ਗੱਲ ਕਰ ਰਹੇ ਹਾਂ। ਅੱਜ ਮੈਂ 4th 5th ਵਿੱਚ ਆ, ਨਾ ਮੇਰੇ ਬੱਚੇ ਹੀ 4th 5th ਵਿੱਚ ਨੇ। ਸਮਾਂ ਕਾਫੀ ਲੰਘਿਆ ਵਿੱਚ। ਮੈਂ 4ਥੀ ਕਲਾਸ ਤੋਂ ਲੈ ਕੇ ਅੱਜ ਮੈਂ 44 ਸਾਲ ਦੀ ਉਮਰ ਵਿੱਚ ਆ, 44 ਸਾਲ ਦੀ ਹੋ ਕੇ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਕਦੋਂ? ਜਿਹੜੀ ਮੈਂ ਪੜ੍ਹੀ ਸੀਗੀ ਜਦੋਂ ਮੈਂ 4ਥੀ 'ਚ ਸੀਗੀ। ਆਪਣੇ ਆਪ ਨੂੰ ਪਲੀਜ਼ ਮਿਊਟ ਰੱਖੋ ਕਿਉਂਕਿ ਮੈਨੂੰ ਬਾਰ-ਬਾਰ ਡਿਸਟਰਬ ਹੋ ਰਿਹਾ, ਮੈਂ ਤੁਹਾਨੂੰ ਮਿਊਟ ਕਰ ਦੂੰ। ਜਿਹੜੀ ਪੜ੍ਹਾਈ ਮੈਂ ਇੰਨੇ ਸਾਲ ਪਹਿਲਾਂ ਪੜ੍ਹੀ ਸੀ ਅੱਜ ਉਹ ਮੇਰੇ ਵਾਸਤੇ ਪ੍ਰੈਕਟੀਕਲ ਹੋ ਗਿਆ। ਇਹਦਾ ਮਤਲਬ ਇਹ ਆ ਕਿ ਬਹੁਤ ਸਾਰੇ ਲੋਕਾਂ ਨੇ ਬਹੁਤ ਦਿਮਾਗ ਤੇ ਬਹੁਤ ਸੋਚ ਲਾ ਕੇ ਸਾਨੂੰ ਅੱਜ ਇਹ ਫੈਸਿਲਿਟੀ ਦਿੱਤੀ ਹੈ। ਪਰ ਇਸ ਫੈਸਿਲਿਟੀ ਤੇ ਅਗਰ ਆਪਾਂ 1 ਮਿੰਟ ਰੁਕ ਜਾਈਏ, ਇਸ ਐਡਵਾਂਸ ਵਰਲਡ, ਇਸ ਐਡਵਾਂਸ ਦੁਨੀਆ ਨੂੰ, ਅਗਰ ਅਜੋਕੀ ਦੁਨੀਆ ਨੂੰ ਆਪਾਂ ਜਿਹੜਾ ਦੇਖ ਰਹੇ ਆ, ਅਗਰ 1 ਮਿੰਟ ਆਪਾਂ ਸੋਚ ਕੇ ਦੇਖੀਏ ਕਿ ਅਸੀਂ ਕਿੱਥੇ ਪਹੁੰਚੇ ਹੋਏ ਹਾਂ। ਅਸੀਂ ਐਡਵਾਂਸ ਦੁਨੀਆ ਵਿੱਚ ਤੇ ਜ਼ਰੂਰ ਆ, ਕੀ ਅਸੀਂ ਉਹਦੀ ਸਾਰੀ ਐਡਵਾਂਸਨੈਸ ਨੂੰ ਇੰਜੋਏ ਕਰ ਰਹੇ ਹਾਂ? ਕੀ ਅਸੀਂ ਹਰ ਨਵੀਂ ਚੀਜ਼ ਨੂੰ ਟੱਚ ਤੇ ਫੀਲ ਕਰ ਪਾ ਰਹੇ ਹਾਂ? ਇਸ ਵੇਲੇ ਸਾਡੀ ਮਾਰਕੀਟ ਵਿੱਚ 100 ਰੁਪਏ ਕਿਲੋ ਚੀਜ਼ ਵੀ ਅਵੇਲੇਬਲ ਆ ਤੇ ਕਰੋੜ ਰੁਪਏ ਕਿਲੋ ਚੀਜ਼ ਵੀ ਅਵੇਲੇਬਲ ਆ। ਕੀ ਅਸੀਂ ਲੈ ਪਾ ਰਹੇ ਹਾਂ? ਅਸੀਂ ਅੱਜ ਵੀ ਆਪਣੀਆਂ ਉਹਨੀਆਂ ਮੁੱਢਲੀਆਂ ਜ਼ਰੂਰਤਾਂ ਕਰਕੇ ਪਰੇਸ਼ਾਨ ਆ। ਉਹ ਮੁੱਢਲੀਆਂ ਜ਼ਰੂਰਤਾਂ ਕੁਝ ਵਰਗ ਚੰਗੀ ਤਰ੍ਹਾਂ ਜੀ ਰਿਹਾ, ਕੁਝ ਹਜੇ ਓਲਾ ਰੱਖ ਰਿਹਾ, ਪਰੇਸ਼ਾਨ ਹਰ ਵਰਗ। ਕੋਈ ਇੱਕ ਇਹੋ ਜਿਹਾ ਇਨਸਾਨ ਮੈਨੂੰ ਮਿਲਿਆ ਨਹੀਂ ਜਿਹੜਾ ਮੈਨੂੰ ਇਹ ਕਹਿ ਦੇਵੇ ਕਿ ਲੋਕਡਾਊਨ ਆ ਗਿਆ ਤੇ ਮੇਰੀ ਜ਼ਿੰਦਗੀ ਸੁਖੀ ਹੋ ਗਈ। ਹਰ ਬੰਦਾ, ਹਰ ਇੱਕ ਇਨਸਾਨ ਦਵਾਈ ਦੇ ਰਿਹਾ, ਕਹਿ ਰਿਹਾ ਬਹੁਤ ਔਖੇ ਹੋ ਗਏ ਆ, ਸਾਨੂੰ ਪਤਾ ਚੱਲ ਗਿਆ ਕਿ ਕਿਸ ਤਰੀਕੇ ਜ਼ਿੰਦਗੀ ਹੁੰਦੀ। ਇਹ ਬਹੁਤ ਵੱਡਾ ਇੱਕ ਸਵਾਲ ਆ, ਇੱਕ ਬਹੁਤ ਵੱਡਾ ਜਵਾਬ ਆ ਜਿਹੜੀ ਜ਼ਿੰਦਗੀ ਖੁਦ ਦੇ ਰਹੀ ਆ। ਬਿਕੋਜ਼ ਕਿਸੇ ਨੇ ਅਸੀਂ ਸੋਚਿਆ ਨਹੀਂ ਸੀ ਕਿ ਕਿਸੇ ਨੂੰ ਇਹੋ ਜਿਹੀ ਕੋਈ ਜ਼ਿੰਦਗੀ ਮਿਲ ਸਕਦੀ ਆ ਜਿਹੜੀ ਇਸ ਵੇਲੇ ਲੋਕਾਂ ਨੂੰ ਮਿਲ ਗਈ ਹੈ। ਜਦੋਂ ਪਹਿਲਾਂ ਸਾਨੂੰ ਇਹ ਕਿਹਾ ਗਿਆ ਸੀ, ਸਾਡੇ ਪੁਰਾਣੇ ਸੰਸਕਾਰਾਂ ਵਿੱਚ ਆਪਾਂ ਗੱਲ ਕੀਤੀ ਜਾਵੇ ਤਾਂ ਆਪਾਂ ਪੰਜਾਬ ਵਿੱਚ ਮੋਸਟਲੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਜਾਂ ਆਪਾਂ ਨਮਸਤੇ ਕਹਿੰਦੇ ਆ, ਤੇ ਦੋਵਾਂ ਦਾ ਤਰੀਕਾ ਤੇ ਇਹੋ ਹੀ ਹੁੰਦਾ। ਬਟ ਅਸੀਂ ਐਡਵਾਂਸ ਵਰਲਡ ਵਿੱਚ ਆ ਕੇ ਜਦੋਂ ਹੈਂਡਸ਼ੇਕ ਕੀਤਾ ਲੋਕਾਂ ਦੇ ਨਾਲ ਤੇ ਵੀ ਫੀਲ ਵੈਰੀ ਗੁੱਡ, ਸਾਨੂੰ ਬੜਾ ਚੰਗਾ ਲੱਗਾ, ਅਸੀਂ ਨਵੀਆਂ ਚੀਜ਼ਾਂ ਸਿੱਖ ਰਹੇ ਸੀ। ਪਰ ਇਸ ਵੇਲੇ ਉਸ ਐਡਵਾਂਸ ਵਰਲਡ ਨੇ ਤੁਹਾਨੂੰ ਕੀ ਦਿੱਤਾ? ਇੱਕ ਵਾਰੀ ਫਿਰ ਤੁਹਾਨੂੰ ਕਿਹਾ ਕਿ ਵਾਪਸ ਤੋਂ ਨਮਸਤੇ ਤੇ ਸਤਿ ਸ਼੍ਰੀ ਅਕਾਲ ਤੇ ਆ ਜਾਓ ਜੀ। ਕਿਉਂ? ਕਿਉਂਕਿ ਜਿਹੜੀਆਂ ਚੀਜ਼ਾਂ ਉਸ ਵੇਲੇ ਦੇ ਲੋਕਾਂ ਨੂੰ ਪਤਾ ਸੀਗੀਆਂ ਕਿ ਕਿਸੇ ਦੇ ਹੱਥ ਝੂਠੇ ਸੁੱਚੇ ਜਾਂ ਕਿਸੇ ਤਰੀਕੇ ਦੀ ਪ੍ਰੋਬਲਮ ਵਿੱਚ ਹੋ ਸਕਦੇ ਨੇ, ਅੱਜ ਸਾਨੂੰ ਪਤਾ ਲੱਗੀਆਂ ਨੇ। ਉਸ ਵੇਲੇ ਦੇ ਵਰਲਡ ਵਿੱਚ ਤੇ ਅੱਜ ਦੇ ਵਰਲਡ ਵਿੱਚ ਇਹ ਫਰਕ ਹੋ ਗਿਆ ਕਿ ਜਿੱਥੇ ਧਿਆਨ ਦੇਣਾ ਚਾਹੀਦਾ ਸੀ ਅਸੀਂ ਦਿੱਤਾ ਹੀ ਨਹੀਂ।
ਅਸੀਂ ਕਿਉਂ ਨਹੀਂ ਦਿੱਤਾ? ਕਿਉਂਕਿ ਅਸੀਂ ਉਸ ਚੀਜ਼ ਦੇ ਵਿੱਚ ਆ ਗਏ ਜਿਹਨੂੰ ਕਹਿੰਦੇ ਆ ਭੇਡ ਚਾਲ। ਬੜਾ ਟਿਪੀਕਲ ਪ੍ਰੋਪਰ ਤੇ ਪੰਜਾਬੀ ਦਾ ਅੱਖਰ ਆ ਭੇਡ ਚਾਲ, ਜਿਹੜਾ ਮੈਂ ਸਵਾਏ ਤੁਹਾਡੀ ਮੀਟਿੰਗ ਚੋਂ ਕਿਤੇ ਨਹੀਂ ਕਹਿ ਸਕਦੀ, ਬਿਕੋਜ਼ ਜਿੰਨੀ ਪੰਜਾਬੀ ਤੁਹਾਨੂੰ ਆਉਂਦੀ ਹੋਰ ਕਿਸੇ ਨੂੰ ਆਉਂਦੀ ਨਹੀਂ, ਕਿਉਂਕਿ ਪੰਜਾਬੀਆਂ ਨੂੰ ਹੀ ਪਤਾ ਵਾ ਕਿ ਅਸਲੀ ਪੰਜਾਬੀ ਹੈ ਕਿੱਥੇ। ਜਿਹੜੀ ਭੇਡ ਚਾਲ ਸ਼ਬਦ ਆ, ਇਹਨੂੰ ਕਈ ਤਰੀਕੇ ਤੁਸੀਂ ਹੋਰ ਦੇਖਦੇ ਜੇ। ਆਪਾਂ ਕਹਿੰਦੇ ਆ ਕਿ ਨਕਲ ਮੇ ਅਕਲ ਚਾਹੀਏ, ਆਪਾਂ ਕਹਿ ਤੇ ਰਹੇ ਆ, ਪਰ ਕੀ ਅਸੀਂ ਕਰ ਰਹੇ ਆ? ਕੀ ਅਸੀਂ ਨਕਲ ਦੇ ਵਿੱਚ ਅਕਲ ਕਰ ਰਹੇ ਆ? ਬਿਲਕੁਲ ਨਹੀਂ। ਅਸੀਂ ਨਕਲ ਕਰਕੇ ਭੇਡ ਚਾਲ ਕਰ ਰਹੇ ਆ। ਇੱਕ ਔਗਣ ਹੀ ਬਸ ਨਹੀਂ ਸੀ, ਅਸੀਂ ਕਈ ਹਜ਼ਾਰ ਕਰ ਰਹੇ ਆ। ਅੱਜ ਮੇਰਾ ਮੇਨ ਮੋਟਿਵ ਇਹ ਆ ਕਿ ਮੈਂ ਤੁਹਾਡੀ, ਉਹ ਇੱਕ ਬੈਲੈਂਸ ਹੁੰਦਾ ਨਾ, ਸੋਚ ਦਾ ਇੱਕ ਬੈਲੈਂਸ ਹੁੰਦਾ। ਅਗਰ ਅਸੀਂ ਉਸ ਬੈਲੈਂਸ ਨੂੰ ਬੈਲੈਂਸ ਕਰ ਦਈਏ, ਸਾਰੇ ਲੋਕਾਂ ਨੂੰ ਪਤਾ ਵੀ ਤੱਕੜੀ 'ਚ ਭਾਲ ਤੋਲਿਆ ਜਾਂਦਾ। ਆਪਾਂ ਜਦੋਂ ਕੋਈ ਸਮਾਨ ਲੈਣ ਜਾਂਦੇ ਤੱਕੜੀ 'ਚ ਤੋਲਿਆ ਜਾਂਦਾ। ਹੁਣ ਮਾਡਰਨ ਵਰਲਡ ਵਿੱਚ ਭਾਵੇਂ ਅਲੱਗ ਤਰੀਕਾ, ਪਰ ਪੁਰਾਣੀ ਤੱਕੜੀ ਤੇ ਆ ਜਾਈਏ, ਇੱਕ ਬੰਨੇ ਸਮਾਨ ਹੁੰਦਾ, ਇੱਕ ਬੰਨੇ ਉਹ ਵੱਟਾ ਹੁੰਦਾ ਜਿੱਥੋਂ ਆਪਾਂ ਭਾਰ ਤੋਲ ਪਾਉਂਦੇ ਆ। ਵੱਟਾ ਤੇ ਸਮਾਨ ਜਦੋਂ ਲੈਵਲ ਹੋ ਜਾਂਦਾ ਤਾਂ ਆਪਾਂ ਨੂੰ ਪਤਾ ਲੱਗਦਾ ਇਕੁਅਲ ਹੋ ਗਿਆ, ਆਪਾਂ ਪੈਸਾ ਦੇ ਕੇ ਘਰ ਆ ਜਾਂਦੇ ਆ। ਇਸ ਗੱਲ ਦਾ ਮਤਲਬ ਕੀ ਆ? ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਸੋਚ, ਵਿਚਾਰ, ਮਿਹਨਤ, ਹਰ ਚੀਜ਼ ਬਰਾਬਰ ਰੱਖਣੀ ਪੈਣੀ ਆ, ਤਾਂ ਤੁਸੀਂ ਸਕਸੈਸਫੁਲ ਹੋ ਸਕਦੇ ਹੋ। ਸਕਸੈਸਫੁਲ ਹੋਣ ਦਾ ਮਤਲਬ ਕੀ ਹੁੰਦਾ? ਸਕਸੈਸਫੁਲ ਕਿਹਨੂੰ ਕਿਹਾ ਜਾਂਦਾ? ਸਕਸੈਸਫੁਲ ਕਹਿਣ ਦਾ ਮਤਲਬ ਆ ਉਹ ਇਨਸਾਨ ਜਿਹੜਾ ਆਪਣੀ ਜ਼ਿੰਦਗੀ ਵਿੱਚ ਪੈਸੇ ਕਮਾ ਰਿਹਾ ਸਭ ਤੋਂ ਪਹਿਲੇ ਨੰਬਰ ਤੇ। ਹਾਲਾਂਕਿ ਜਦੋਂ ਤੱਕ ਪੈਸਾ ਕੋਲ ਨਹੀਂ ਹੁੰਦਾ, ਪੈਸਾ ਪਹਿਲੇ ਨੰਬਰ ਤੇ ਹੁੰਦਾ, ਤੇ ਜਦੋਂ ਤੁਹਾਡੇ ਕੋਲ ਪੈਸਾ ਹੁੰਦਾ ਨਾ, ਫਿਰ ਪੈਸਾ ਆਖਰੀ ਨੰਬਰ ਤੇ ਚਲ ਜਾਂਦਾ। ਫਿਰ ਅਸੀਂ ਕਹਿੰਦੇ ਇੱਜ਼ਤ ਵੀ ਹੋਣੀ ਚਾਹੀਦੀ ਆ, ਰੈਪੂਟੇਸ਼ਨ ਵੀ ਚਾਹੀਦੀ ਆ, ਦੁਨੀਆ 'ਚ ਨਾਮ ਵੀ ਚਾਹੀਦੇ ਆ, ਸਿਹਤ ਵੀ ਚਾਹੀਦੀ ਆ। ਇੱਕ ਗਰੀਬ ਬੰਦੇ ਨੂੰ ਅੱਜ ਅਗਰ ਤੁਸੀਂ ਘਰ ਬਹਿਣ ਨੂੰ ਕਹਿ ਦੋ ਨਾ, ਉਹ ਕਹਿੰਦਾ ਘਰ ਬਹਿ ਕੇ ਭੁੱਖੇ ਮਰਨਾ ਉਹਦੇ ਨਾਲੋਂ ਚੰਗਾ ਮੈਂ ਬਾਹਰ ਚਲ ਜਾਵਾਂ, ਅਗਰ ਮੇਰੀ ਕਿਸਮਤ 'ਚ ਹੋਇਆ ਤੇ ਮੈਂ ਧਿਆਨ ਰੱਖ ਲਿਆ ਤੇ ਕੋਵਿਡ ਤੋਂ ਬਚ ਜਾਊਂਗਾ। ਹਰ ਕਿਸੇ ਦੀ ਜਾਨ ਨੂੰ ਸੇਮ ਖਤਰਾ ਵਾ, ਪਰ ਕਿੰਨੇ ਕੁ ਲੋਕ ਅੱਜ ਘਰਾਂ ਨੂੰ ਬੈਠੇ ਨੇ। ਤੇ ਕੀ ਘਰ ਬਹਿਣਾ ਕਿਸੇ ਪ੍ਰੋਬਲਮ ਦਾ ਹੱਲ ਆ? ਕਿਉਂ ਹੱਲ ਨਹੀਂ ਆ? ਪਹਿਲਾਂ ਆਪਾਂ ਇਸ ਪੁਆਇੰਟ ਤੇ ਆਈਏ, ਕਿਉਂਕਿ ਜਿਸ ਜੋਸ਼ ਦੇ ਨਾਲ ਅਸੀਂ ਜ਼ਿੰਦਗੀ ਜੀਣੀ ਸ਼ੁਰੂ ਕੀਤੀ ਸੀ, ਅੱਜ ਉਹ ਜੋਸ਼ ਹੌਲੀ ਹੌਲੀ ਘਟਦਾ ਖਤਮ ਹੋਣ ਦੀ ਕਗਾਰ ਤੇ ਆ ਗਿਆ। ਤੇ ਅਸੀਂ ਸੋਚਣਾ ਬੰਦ ਕਰ ਦਿੱਤਾ ਕਿ ਚੀਜ਼ ਕੀ ਆ, ਅਸੀਂ ਕਿਸ ਚੀਜ਼ ਨੂੰ ਲੱਭਣ ਤੁਰੇ ਆ, ਅਸੀਂ ਕੌਣ ਹੁੰਨੇ ਆ, ਅਸੀਂ ਕਿੱਧਰ ਜਾ ਰਹੇ ਆ, ਅਸੀਂ ਕਿੱਧਰ ਜਾਣਾ ਸੀ ਤੇ ਕਿਹੜੇ ਰਾਹ ਪੈ ਗਏ। ਪੰਜਾਬੀ ਦਾ ਇੱਕ ਮੁਹਾਵਰਾ ਵਾ ਜਿਹਨੂੰ ਆਪਾਂ ਅਕਸਰ ਹਾਸੇ 'ਚ ਵਰਤਦੇ ਆ, ਕਹਿੰਦੇ ਇੱਕ ਉਹੋ ਜਿਹੀ ਤੋਂ ਮੜੀਆਂ ਦੇ ਰਾਹ ਪੈ ਗਈ। ਇਹ ਇਸ ਚੀਜ਼ ਨੂੰ ਦਰਸਾਇਆ ਜਾਂਦਾ ਕਿ ਪਤਾ ਹੀ ਨਹੀਂ ਸੀਗਾ ਤੇ ਪੁੱਠੇ ਰਾਹ ਪੈ ਗਈ ਤੇ ਗਲਤ ਹੋ ਗਿਆ। ਪਰ ਇਹ ਪਤਾ ਕਿਹਦੇ ਲਈ ਜੇ? ਇਸ ਵੇਲੇ ਇਹ ਦੁਨੀਆ ਲਈ ਆ। ਅੱਗੇ ਦੁਨੀਆ ਉਹੋ ਜਿਹੀ ਆ, ਉਤੋਂ ਮੜੀਆਂ ਦੇ ਰਾਹ ਪੈ ਗਈ। ਅੱਗੇ ਦੁਨੀਆ ਨੂੰ ਸਮਝ ਨਹੀਂ ਗਈ ਕੀ ਕਰਨਾ, ਕਿਉਂ ਕਰਨਾ, ਕਿੰਨਾ ਕਰਨਾ, ਕਿਹਦੇ ਲਈ ਕਰਨਾ ਤੇ ਕੀ ਨਹੀਂ ਕਰਨਾ, ਸਾਨੂੰ ਉਹ ਵੀ ਨਹੀਂ ਪਤਾ। ਤੇ ਅਸੀਂ ਇਸ ਸਪੀਡ 'ਚ ਚੱਲਣਾ ਸ਼ੁਰੂ ਕਰ ਦਿੱਤਾ ਕਿ ਜਿਹਨੂੰ ਬਹੁਤ ਸਾਰੀਆਂ ਹੈਲਥ ਪ੍ਰੋਬਲਮਸ ਦਾ ਮੁੱਢਲਾ ਕਾਰਨ ਹੈ ਟੈਨਸ਼ਨ। ਟੈਨਸ਼ਨ ਜਿਹਦਾ ਸਾਡੇ ਵੱਡਿਆਂ ਵਡੇਰਿਆਂ ਨੂੰ ਕਿਤੇ ਪਤਾ ਹੀ ਨਹੀਂ ਸੀਗਾ। ਟੈਨਸ਼ਨ ਸਾਨੂੰ ਕਿਉਂ ਆਈ? ਕਿਉਂਕਿ ਅਸੀਂ ਸਾਰੇ ਲੋਕ ਡਿਪੈਂਡੈਂਸੀ ਪਲਾਨ ਵਿੱਚ ਆ। ਡਿਪੈਂਡੈਂਸੀ ਪਲਾਨ ਹੁੰਦਾ ਜੇ ਕਿਸੇ ਤੇ ਨਿਰਭਰ ਹੋਣਾ। ਅਸੀਂ ਆਤਮ ਨਿਰਭਰ ਨਹੀਂ ਰਹੇ, ਅਸੀਂ ਦੂਸਰੇ ਤੇ ਨਿਰਭਰ ਹੋ ਗਏ ਆ। ਕਿਉਂ ਹੋ ਗਏ ਆ? ਕਿਉਂਕਿ ਅਸੀਂ ਭੇਡ ਚਾਲ ਫੜ ਲਈ। ਭੇਡ ਚਾਲ ਕਿਹੜੀ? ਜਿਹੜੀ ਅਸੀਂ ਦੇਖਿਆ ਕਿਸੇ ਨੂੰ ਕਾਮਯਾਬ ਕਰ ਗਈ ਤੇ ਅਸੀਂ ਕਿਹਾ ਮੈਂ ਵੀ ਇਸੇ ਰਾਹ ਪੈ ਜਾਵਾਂ। ਹੋ ਸਕਦਾ ਹੈ ਉਹ ਇਨਸਾਨ ਉਸ ਜਗ੍ਹਾ ਤੇ ਕਿਉਂ ਕਾਮਯਾਬ ਆ? ਕਿਉਂਕਿ ਉਹ ਉਸ ਕੰਮ ਨੂੰ ਕਰਨਾ ਚਾਹੁੰਦਾ ਵਾ। ਮੈਂ ਉਹਨਾਂ ਸਾਰੀਆਂ ਲੇਡੀਜ਼ ਨੂੰ ਇੱਕ ਸਵਾਲ ਕਰਦੀ ਆ, ਤੁਸੀਂ ਆਪਣੀ ਆਪਣੀ ਜ਼ਿੰਦਗੀ ਵਿੱਚ ਬੜੀਆਂ ਸਕਸੈਸਫੁਲ ਹਾਊਸਵਾਈਫ ਜੀ, ਭਾਵੇਂ ਡਾਕਟਰ ਵੀ ਜੇ, ਪਰ ਤੁਸੀਂ ਹਾਊਸਵਾਈਫ ਹੈ ਜੀ। ਡਾਕਟਰ ਕਦੋਂ ਆ? ਜੋ ਬੂਹੇ ਬਾਹਰ ਆ, ਦਰਵਾਜ਼ੇ ਦੇ ਅੰਦਰ ਆ ਕੇ ਤੁਸੀਂ ਇੱਕ ਹਾਊਸਵਾਈਫ ਆ। ਹਾਊਸਵਾਈਫ ਅੱਜ ਕੱਲ ਪੰਜਾਬੀ ਨੂੰ ਇੰਗਲਿਸ਼ ਨੇ ਜਕੜ ਲਿਆ ਵਾ, ਆਪਣਾ ਅੱਖਰ ਨਹੀਂ ਆ। ਪਰ ਵੇਖੋ ਮੈਨੂੰ ਇਹਦਾ ਅੱਖਰ ਹੀ ਨਹੀਂ ਮਿਲ ਰਿਹਾ ਕਿ ਪੰਜਾਬੀ 'ਚ ਹਾਊਸਵਾਈਫ ਨੂੰ ਕੀ ਕਹਿੰਦੇ ਨੇ। ਸਹਿਜੇ ਹੀ ਸਾਡੀ ਲੈਂਗੁਏਜ ਤੇ ਦੂਜੀ ਲੈਂਗੁਏਜ ਹਾਵੀ ਆ, ਕਿਉਂਕਿ ਸਾਡਾ ਫੋਕਸ ਕਿੱਥੇ ਆ? ਹਰ ਦੂਸਰੀ ਜਗ੍ਹਾ ਤੇ, ਆਪਣੇ ਆਪ ਤੇ ਨਹੀਂ ਆ। ਸਾਡਾ ਦੂਜਿਆਂ ਦੇ ਧਿਆਨ ਹੋਣ ਦਾ ਇੱਕ ਬਹੁਤ ਵੱਡਾ ਸਾਨੂੰ ਗਿਫਟ ਮਿਲਿਆ ਕਿ ਅਸੀਂ ਸਾਰੇ ਲੋਕ ਆਰਥਿਕ ਪਰੇਸ਼ਾਨੀਆਂ ਦੇ ਵਿੱਚ ਜੀ ਰਹੇ ਆ। ਅਸੀਂ ਸਾਰੇ ਲੋਕ ਆਪਣੇ ਬੱਚਿਆਂ ਨੂੰ ਇਹ ਕਹਿ ਰਹੇ ਆ ਕਿ ਆਹ ਕਰਨਾ ਇੰਨਾ ਆਸਾਨ ਨਹੀਂ, ਤੇ ਹਰ ਰੋਜ਼ ਅਸੀਂ ਆਪਣੇ ਬੱਚਿਆਂ ਨੂੰ ਇਹ ਸਿਖਾਉਂਦੇ ਆ ਤੂੰ ਆਹ ਕਰ ਨਹੀਂ ਸਕਦਾ। ਕਿਉਂ ਪਤਾ? ਕਿਉਂਕਿ ਤੁਹਾਨੂੰ ਹਰ ਰੋਜ਼ ਕਿਸੇ ਨੇ ਸਿਖਾਇਆ ਸੀ ਤੂੰ ਇਹ ਕਰ ਨਹੀਂ ਸਕਦਾ, ਤੇ ਤੁਸੀਂ ਉਹਦੀ ਗੱਲ ਨੂੰ ਇੰਨਾ ਕੁ ਸੀਰੀਅਸਲੀ ਲੈ ਲਿਆ, ਤੁਸੀਂ ਮੰਨ ਗਏ ਕਿ ਤੁਸੀਂ ਇਹ ਕਰ ਨਹੀਂ ਸਕਦੇ। ਮੈਂ ਅੱਜ ਕੋਸ਼ਿਸ਼ ਇਹੋ ਹੀ ਕਰੂੰਗੀ ਕਿ ਤੁਸੀਂ ਮੇਰੀਆਂ ਗੱਲਾਂ ਨੂੰ ਸੋਚੋ, ਸਮਝੋ ਤੇ ਵਿਚਾਰ ਕਰੋ, ਤੇ ਆਪਣੇ ਆਪ ਤੇ ਭਰੋਸਾ ਕਰੋ ਕਿ ਜੇ ਕੋਈ ਇੱਕ ਕਰ ਸਕਦਾ ਨਾ ਤੇ ਦੂਜਾ ਕਰ ਸਕਦਾ ਵਾ, ਕਿਉਂਕਿ ਤੁਹਾਡੇ ਤੋਂ ਪਹਿਲਾਂ ਕੋਈ ਕਰ ਚੁੱਕਿਆ ਵਾ। ਕੀ ਕਰਨਾ ਵਾ ਇਹਦੇ ਤੇ ਬਾਅਦ ਚ ਆਵਾਂਗੇ, ਕਿਉਂਕਿ ਪਹਿਲਾਂ ਬਹੁਤ ਸਾਰਾ
ਜਿਵੇਂ ਵੇਖੋ ਕਈ ਦਿਨਾਂ ਬਾਅਦ ਆਪਾਂ ਘਰ ਖੋਲੀਏ ਤੇ ਘੱਟਾ ਹੁੰਦਾ, ਉਹ ਘੱਟੇ ਨੂੰ ਝਾੜਨਾ ਪੈਂਦਾ, ਉਹ ਘੱਟੇ ਨੂੰ ਲਾਉਣਾ ਪੈਂਦਾ। ਜੇ ਅਸੀਂ ਉਸ ਏਰੀਏ ਦੀ ਡਸਟਿੰਗ ਨਹੀਂ ਨਾ ਕੀਤੀ ਤੇ ਪਤਾ ਕੀ ਹੋਣਾ, ਤੁਹਾਡੇ ਧਿਆਨ 'ਚ ਕੁਝ ਨਹੀਂ ਰਹਿਣਾ, ਤੁਹਾਨੂੰ ਨਹੀਂ ਨਜ਼ਰ ਆਉਣਾ। ਬਿਕੋਜ਼ ਸ਼ੀਸ਼ਾ ਕਿੰਨਾ ਵੀ ਮਹਿੰਗਾ ਹੋਵੇ, ਅਗਰ ਉੱਥੇ ਧੂਲ ਜੰਮੀ ਹੋਵੇ, ਅਗਰ ਉੱਥੇ ਮਿੱਟੀ ਪਈ ਹੋਵੇ, ਅਗਰ ਉੱਥੇ ਪਾਣੀ ਦੇ ਛਿੱਟੇ ਪਏ ਹੋਣ, ਤੁਹਾਡਾ ਚਿਹਰਾ ਕਲੀਅਰ ਨਹੀਂ ਹੋਵੇਗਾ। ਬਹੁਤ ਸਸਤਾ ਵੀ ਹੋਵੇ, ਪਰ ਅਗਰ ਤੁਸੀਂ ਉਸ ਸ਼ੀਸ਼ੇ ਨੂੰ ਸਾਫ਼ ਕਰ ਲਿਆ ਤੇ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਆਪਣੇ ਚਿਹਰੇ ਨੂੰ ਦੇਖ ਸਕਦੇ ਹੋ। ਮੇਰਾ ਖਿਆਲ ਆ ਕਿ ਮੇਰੀਆਂ ਸਾਰੀਆਂ ਹੀ ਗੱਲਾਂ ਤੁਹਾਡੀਆਂ ਗੱਲਾਂ ਨੇ, ਇਸ ਕਰਕੇ ਤੁਸੀਂ ਮੇਰੇ ਚਿਹਰੇ ਵਿੱਚ ਆਪਣਾ ਚਿਹਰਾ ਦੇਖ ਸਕੋਗੇ। ਮੈਂ ਸਭ ਤੋਂ ਪਹਿਲਾਂ ਆਪਣੇ ਬਾਰੇ ਕੁਝ ਦੱਸਦੀ ਹਾਂ। ਮੇਰਾ ਨਾਮ ਹੈਗਾ ਜੀ ਮਨਦੀਪ ਕੌਰ ਸਿੱਧੂ, ਅੰਮ੍ਰਿਤਸਰ ਦੀ ਰਹਿਣ ਵਾਲੀ ਹਾਂ। ਮੇਰੇ ਮੰਮੀ ਪਾਪਾ, ਮੇਰੇ ਮਾਤਾ ਪਿਤਾ ਅੰਮ੍ਰਿਤਸਰ ਰਹਿੰਦੇ ਨੇ ਤੇ 96 ਵਿੱਚ ਉਹਨਾਂ ਨੇ ਮੈਨੂੰ ਇੱਕ ਰਸਮ ਜਿਹਨੂੰ ਕਹਿੰਦੇ ਨੇ ਵਿਆਹ, ਧੀਆਂ ਨੂੰ ਹਰ ਸਾਰੇ ਮਾਪੇ ਹੀ ਘਰੋਂ ਭੇਜਦੇ ਨੇ। ਮੇਰੇ ਪੇਰੈਂਟਸ ਨੇ 1996 ਵਿੱਚ ਮੈਨੂੰ ਮੇਰਾ ਵਿਆਹ ਕਰਕੇ ਹਜੂਰ ਸਾਹਿਬ ਨੰਦੇੜ ਮਹਾਰਾਸ਼ਟਰ ਭੇਜ ਦਿੱਤਾ ਤੇ ਮੈਨੂੰ ਕਿਹਾ ਕਿ ਬੇਟਾ ਤੂੰ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਜੀ, ਜ਼ਿੰਦਗੀ ਵਿੱਚ ਜਿੱਥੇ ਤੈਨੂੰ ਮੇਰੀ ਲੋੜ ਹੋਊਗੀ ਮੈਂ ਤੇਰੇ ਨਾਲ ਖੜਾ ਹਾਂ। ਹਰ ਮਾਪਿਓ ਆਪਣੇ ਬੱਚਿਆਂ ਨੂੰ ਇਸੇ ਸੋਚ ਦੇ ਨਾਲ ਘਰੋਂ ਭੇਜਦੇ ਨੇ ਕਿ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਸਕਸੈਸਫੁਲ ਹੋਣਗੇ ਔਰ ਉਹ ਬੱਚਾ ਆਪਣੀ ਜ਼ਿੰਦਗੀ ਵਿੱਚ ਚੱਲਦਾ ਵਾ ਬਹੁਤ ਸਕਸੈਸਫੁਲ ਹੋਣ ਵਾਸਤੇ। ਬਟ ਕਿੰਨੇ ਕੁ ਲੋਕ ਆਪਣੀ ਜ਼ਿੰਦਗੀ 'ਚ ਸਕਸੈਸਫੁਲ ਹੋ ਜਾਂਦੇ ਨੇ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਮੈਂ ਜਦੋਂ 96 ਵਿੱਚ ਹਜੂਰ ਸਾਹਿਬ ਆਈ ਤੇ ਮੇਰੇ ਵਾਸਤੇ ਸਿਰਫ ਇੱਕ ਕੰਮ ਸੀਗਾ, ਆਪਣੇ ਆਪ ਨੂੰ ਖੁਸ਼ ਰੱਖਣਾ ਤੇ ਆਪਣੇ ਆਪ ਨੂੰ ਜ਼ਿੰਦਗੀ 'ਚ ਅੱਗੇ ਲੈ ਕੇ ਜਾਣਾ। ਬਟ ਉਹ ਕਰਨ ਵਾਸਤੇ ਮੈਂ ਕੋਈ ਇਹੋ ਜਿਹੇ ਕੰਮ ਨਹੀਂ ਸੀ ਕਰ ਸਕਦੀ ਜਿਹਦੇ ਨਾਲ ਮੇਰੇ ਆਲੇ ਦੁਆਲੇ ਡਿਸਟਰਬੈਂਸ ਹੋਣ। ਤੇ ਮੈਂ ਕੀ ਕੀਤਾ, ਮੈਂ ਹੁਕਮ ਮੰਨਣ ਵਾਲੀ ਗੱਲ ਕੀਤੀ। ਮੈਂ ਆਪਣੇ ਆਪ ਨੂੰ ਇੱਕ ਸਿਸਟਮ ਵਿੱਚ ਪਾਤਾ। ਉਹ ਸਿਸਟਮ ਸੀਗਾ ਹਾਊਸਵਾਈਫ ਦਾ। ਮੇਰੇ 2 ਬੇਟੇ ਆ, ਇੱਕ ਮੇਰੀ ਬੇਟੀ ਆ। ਵੱਡਾ ਬੇਟਾ ਮੇਰਾ ਇੰਜੀਨੀਅਰਿੰਗ ਕਰ ਚੁੱਕਿਆ, ਬੇਟੀ ਮੇਰੀ ਮੈਡੀਕਲ ਲਾਸਟ ਈਅਰ 'ਚ ਆ, ਛੋਟਾ ਬੇਟਾ ਮੇਰਾ 7th ਸਟੈਂਡਰਡ ਵਿੱਚ ਆ। ਮੈਂ ਆਪਣੀ ਜ਼ਿੰਦਗੀ ਦੇ ਮੁੱਢਲੇ ਸਾਰੇ ਸਾਲ ਆਪਣੇ ਬੱਚਿਆਂ ਨੂੰ ਤੇ ਆਪਣੇ ਆਪ ਨੂੰ ਦਿੱਤੇ, ਉਹਨਾਂ ਨੂੰ ਜ਼ਿੰਦਗੀ ਵਿੱਚ ਵੱਖ ਕਰਨ, ਕੁਝ ਅਲੱਗ ਕਰਨ ਵਾਸਤੇ, ਇੱਕ ਅਲੱਗ ਮਾਹੌਲ ਦੇਣ ਵਾਸਤੇ, ਉਹਨਾਂ ਨੂੰ ਜ਼ਿੰਦਗੀ 'ਚ ਕਿਤੇ ਪਹੁੰਚਾਉਣ ਵਾਸਤੇ ਟਾਈਮ ਦਿੱਤਾ। ਤੇ ਨਾਲ ਹੀ ਨਾਲ ਮੈਂ ਜੋ ਆਪਣੀ ਜ਼ਿੰਦਗੀ ਵਿੱਚ ਕੁਝ ਹਾਸਲ ਕਰਨਾ ਚਾਹੁੰਦੀ ਸੀ, ਉਹ ਤੋਂ ਦੂਰ ਹੋ ਗਈ ਸੀ, ਉਹਦੇ ਲਾਗੇ ਜਾਣ ਵਾਸਤੇ ਮੈਂ ਆਪਣੇ ਆਪ ਨੂੰ ਸਾਲ ਦਿੱਤਾ। ਮੇਰੇ ਪਿੱਛੇ ਕੁਝ ਕਿਤਾਬਾਂ ਨੇ, ਇਹ ਮੇਰੇ ਘਰ ਦੀ ਉਹ ਲਾਇਬ੍ਰੇਰੀ ਆ ਜਿਹਨੇ ਮੈਨੂੰ ਬਿਲਡ ਕੀਤਾ। ਗਿਆਨ ਵੱਡਾ ਹੁੰਦਾ ਵਾ, ਨਾ ਕਿ ਪੜ੍ਹਾਈ ਵੱਡੀ ਹੁੰਦੀ ਆ। ਕਿਉਂਕਿ ਅਗਰ ਤੁਸੀਂ ਬਹੁਤ ਸਾਰੀਆਂ ਕਿਤਾਬਾਂ ਵੀ ਪੜ੍ਹ ਚੁੱਕੇ ਹੋ ਔਰ ਉਹਨਾਂ ਕਿਤਾਬਾਂ ਨੂੰ ਤੁਹਾਡੀ ਜ਼ਿੰਦਗੀ ਵਿੱਚ ਤੁਸੀਂ ਅਮਲੀ ਜਾਮਾ ਨਹੀਂ ਪਹਿਨਾ ਸਕੇ, ਅਗਰ ਤੁਸੀਂ ਉਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਨਹੀਂ ਕਰ ਸਕੇ, ਤੇ ਜ਼ਰੂਰੀ ਨਹੀਂ ਆ ਤੁਹਾਡੀ ਉਹ ਪੜ੍ਹੀ ਹੋਈ ਕਿਤਾਬ ਤੁਹਾਨੂੰ ਕਿਤੇ ਲੈ ਕੇ ਜਾ ਸਕੇ। ਬਹੁਤ ਵਾਰੀ ਲੋਕਾਂ ਨੂੰ ਇਹ ਗਲਤਫਹਿਮੀ ਹੁੰਦੀ ਆ ਕਿ ਅਗਰ ਅਸੀਂ ਜ਼ਿਆਦਾ ਨਹੀਂ ਪੜ੍ਹੇ ਤੇ ਅਸੀਂ ਕੁਝ ਕਮਾ ਨਹੀਂ ਸਕਦੇ, ਅਸੀਂ ਜ਼ਿੰਦਗੀ ਵਿੱਚ ਆਪਣਾ ਨਾਂ ਨਹੀਂ ਕਰ ਸਕਦੇ। ਮੈਂ ਤੁਹਾਡੇ ਧਿਆਨ 'ਚ ਇੱਕ ਗੱਲ ਲਿਆਉਣਾ ਚਾਹੁੰਦੀ ਆ, ਜਿਹੜੇ ਬਹੁਤ ਨਹੀਂ ਪੜ੍ਹੇ ਉਹਨਾਂ ਦਾ ਨਾਂ ਬਹੁਤ ਜ਼ਿਆਦਾ ਵੱਡਾ ਵਾ। ਉਹਦਾ ਕਾਰਨ ਕੀ ਆ? ਕਿਉਂਕਿ ਉਹਨਾਂ ਨੂੰ ਇੱਕ ਡਰ ਨਹੀਂ ਸੀ ਹੈਗਾ। ਧੀਰੂ ਭਾਈ ਅੰਬਾਨੀ ਫੈਮਿਲੀ, ਰਿਲਾਇੰਸ ਵਾਲੇ, ਜਾਂ ਇਸ ਵੇਲੇ ਪੰਜਾਬ ਵਿੱਚ ਜਿਹੜੇ ਪਤਾ ਨਹੀਂ ਕਿਹੜੀਆਂ ਦੁਕਾਨਾਂ ਨੇ ਉਹਨਾਂ ਦੀਆਂ, ਜੀਓ ਵਾਲੇ, ਉਹ ਸਾਰਿਆਂ ਲੋਕਾਂ ਨੂੰ ਆਪਾਂ ਚੰਗੀ ਤਰ੍ਹਾਂ ਜਾਣਦੇ ਆ। ਪਰ ਉਹ ਤੁਰੇ ਕਿੱਥੋਂ ਸੀ? ਉਹਨਾਂ ਦੇ ਪਿਤਾ ਜੀ ਜਿਨ੍ਹਾਂ ਨੇ ਇੰਨਾ ਪੈਸਾ ਬਣਾਤਾ, ਉਹ ਬੰਦਾ ਪੜ੍ਹਿਆ ਕਿੰਨਾ ਸੀ? ਪੜ੍ਹਾਈ IQ ਦਿੰਦੀ ਆ, ਨੌਲੇਜ ਦਿੰਦੀ ਆ। ਅਗਰ ਕਿਸੇ ਕਾਰਨ ਨਹੀਂ ਪੜ੍ਹੇ ਤੇ ਅੱਜ ਕਿਤਾਬਾਂ ਪੜ੍ਹ ਲਓ, ਵਾਪਸ ਪੜ੍ਹਾਈ ਕੋਲ ਆ ਸਕਦੀ ਆ। ਤੇ ਜੇ ਰੱਬ ਦੇ ਮਿਹਰ ਕੀਤੀ ਹੋਈ ਆ, ਤੁਸੀਂ ਪਹਿਲਾਂ ਹੀ ਪੜ੍ਹੇ ਹੋਏ ਹੋ, ਤੇ ਉਹਨਾਂ ਪੜ੍ਹਾਈ, ਜਿਹੜੇ ਪੜ੍ਹੇ ਹੋਏ ਪੰਨੇ, ਉਹਨਾਂ ਨੂੰ ਯਾਦ ਕਰੋ ਕਿ ਪੜ੍ਹਿਆ ਕੀ ਸੀ। ਜਦੋਂ ਤੁਹਾਡੇ ਕਾਲਜ ਵਿੱਚ ਕੋਈ ਆਇਆ ਸੀ, ਉਹਨੇ ਤੁਹਾਨੂੰ ਪੁੱਛਿਆ ਸੀ ਕਿ ਜ਼ਿੰਦਗੀ ਵਿੱਚ ਸਕਸੈਸਫੁਲ ਹੋਣ ਵਾਸਤੇ ਆਹ ਕਰੀਅਰ ਆ, ਤੇ ਕਿੰਨੇ ਲੋਕਾਂ ਦੇ ਅੰਦਰੋਂ ਇਹ ਉਮੀਦਾਂ, ਇਹ ਆਸ਼ਾਵਾਂ ਆਈਆਂ ਸੀ, ਇਹ ਮੈਂ ਕਰ ਲੈਣਾ ਵਾ। ਜਦੋਂ ਤੁਹਾਡੇ ਸਕੂਲਾਂ ਵਿੱਚ ਤੁਹਾਨੂੰ ਪੁੱਛਿਆ ਜਾਂਦਾ ਸੀ ਡਾਕਟਰ ਇੰਜੀਨੀਅਰ ਕਿੰਨੇ ਬਣਨਾ, ਤੇ ਕਿੰਨੇ ਲੋਕ ਹੈਂਡ ਰੇਜ਼ ਕਰਦੇ ਸੀ। ਉਹ ਸਾਰੇ ਲੋਕ ਆਪਣੀਆਂ ਉਹਨਾਂ ਗੱਲਾਂ ਨੂੰ ਯਾਦ ਕਰਨ ਕਿ ਜਦੋਂ ਸਕੂਲ ਟੀਚਰ ਆਉਂਦਾ ਸੀ ਉਹ ਕੀ ਕਹਿੰਦਾ ਸੀ। ਮੈਂ ਬਹੁਤੀ ਵਾਰੀ ਕੁਛ ਨਹੀਂ ਸੀ ਕਹਿੰਦੀ, ਕਿਉਂਕਿ ਮੈਂ ਪੜ੍ਹਨ 'ਚ ਬਹੁਤ ਵਧੀਆ ਹੀ ਨਹੀਂ ਸੀ। ਮੈਂ ਸਿਰਫ ਉਸ ਤਰੀਕੇ ਪੜ੍ਹ ਰਹੀ ਸੀ ਜਿਸ ਤਰੀਕੇ ਮੈਨੂੰ ਚੰਗਾ ਲੱਗ ਰਿਹਾ ਸੀ। ਮੈਂ ਸਮਝ ਕੇ ਵੱਧ ਰਹੀ ਸੀ, ਪਰ ਮੇਰੇ ਇਸੇ ਹੀ ਗੁਣ ਨੇ ਮੈਨੂੰ ਦੁਨੀਆ ਤੋਂ ਅਲੱਗ ਕਰ ਦਿੱਤਾ। ਇਸ ਵੇਲੇ ਭਾਵੇਂ ਮੇਰੇ ਕੋਲ ਡਿਗਰੀਆਂ ਨਹੀਂ ਆ, ਪਰ ਬਹੁਤੇ ਡਿਗਰੀਆਂ ਵਾਲੇ ਮੇਰੀ ਟੀਮ ਵਿੱਚ ਨੇ, ਤੇ ਉਹਨਾਂ ਡਿਗਰੀਆਂ ਵਾਲਿਆਂ ਨੂੰ ਮੈਂ ਲੈਕਚਰ ਕਰਦੀ ਹਾਂ। ਇਹ ਕਿਉਂ ਕਰ ਪਾਈ? ਕਿਉਂਕਿ ਮੈਂ ਇਸ ਪ੍ਰਿੰਸੀਪਲ ਨੂੰ ਵੇਲੇ ਸਿਰ, ਜਿਹਨੂੰ ਕਹਿੰਦੇ ਮੁੱਢਲੇ ਜੀਵਨ 'ਚ ਹੀ ਸਮਝ ਲਿਆ ਸੀ ਕਿ ਤੁਹਾਨੂੰ ਆਪਣੇ 'ਚ ਕੁਝ ਗੁਣ ਰੱਖਣੇ ਪੈਣੇ ਨੇ, ਤੁਹਾਨੂੰ ਆਪਣੇ ਆਪ ਨੂੰ ਸੁਧਾਰਨਾ ਪੈਣਾ। ਅਗਰ ਤੁਸੀਂ ਕੁਝ ਗੁਣ ਰੱਖ ਲਏ ਤੇ ਤੁਸੀਂ ਆਪਣੇ ਆਪ ਨੂੰ ਸੁਧਾਰ ਲਿਆ, ਤੇ ਸਾਰੀ ਦੁਨੀਆ ਤੁਹਾਡਾ ਵੈਲਕਮ ਕਰੂਗੀ। ਬਟ ਅਗਰ ਤੁਸੀਂ ਆਪਣੇ ਆਪ ਨੂੰ ਹੀ ਨਾ ਸਮਝਿਆ ਨਾ, ਤੁਹਾਨੂੰ ਕਿਸੇ ਨੇ ਨਹੀਂ ਸਮਝਣਾ, ਤੁਹਾਡੇ ਬੱਚਿਆਂ ਨੇ ਵੀ ਤੁਹਾਨੂੰ ਨਹੀਂ ਸਮਝਣਾ।
ਅਸੀਂ ਸਾਰੇ ਲੋਕ ਇੱਕ ਡਿਪੈਂਡੈਂਸੀ ਪਲਾਨ ਵਿੱਚ ਆ। ਡਿਪੈਂਡੈਂਸੀ ਪਲਾਨ मतलब हैगा दूजे ते निर्भर करते हैं। अगर मैं पिंडां दी गल करां ते जिहड़े काम करदे ने ਉਹ ਜਿਹੜੇ ਪਿੰਡਾਂ ਵਾਲੇ ਲੋਕ ਨੇ, ਜਿਹੜੇ ਸ਼ਾਹ ਨੇ ਜਾਂ ਜਿਨ੍ਹਾਂ ਦੀ ਵੱਡੀ ਖੇਤੀ ਜ਼ਿਮੀਂਦਾਰ ਨੇ, ਉਹਨਾਂ ਤੇ ਡਿਪੈਂਡੈਂਸੀ ਰੱਖਦੇ ਨੇ। ਉਹ ਉਹਨਾਂ ਨੂੰ ਪੈਸੇ ਦਿੰਦੇ ਨੇ ਤੇ ਉਹਨਾਂ ਨਾਲ ਉਹਨਾਂ ਦਾ ਘਰ ਚੱਲਦਾ। ਅਗਰ ਮੈਂ ਸ਼ਹਿਰਾਂ ਦੀ ਗੱਲ ਕਰਾਂ, ਅਸੀਂ ਨੌਕਰੀਆਂ ਕਰਦੇ ਆ, ਆਪਣੇ ਇੱਕ ਦੁਕਾਨ ਤੇ ਜਾਂਦੇ ਆ, ਉੱਥੇ ਜੌਬ ਕਰਦੇ ਆ, ਪੈਸੇ ਲੈਂਦੇ ਆ ਤੇ ਘਰ ਨੂੰ ਆਉਂਦੇ ਆ। ਨਾ ਪੇਂਡੂ ਸੌਖੀ ਜੇ ਨਾ ਸ਼ਹਿਰੀ ਸੁਖੀ ਜੇ, ਹਰ ਬੰਦਾ ਦੁਖੀ ਬੈਠਾ, ਆਪੋ ਆਪਣੇ ਹਿੱਸੇ ਦਾ ਦੁੱਖ ਲੈ ਕੇ ਬੈਠੇ ਨੇ ਸਾਰੇ। ਅਸੀਂ ਸਿਰਫ ਇਸ ਚੀਜ਼ ਤੇ ਧਿਆਨ ਦੇਣਾ ਵੀ ਦੁੱਖ ਹੈ ਕਿਉਂ, ਦੁੱਖ ਕਿਉਂ ਨਹੀਂ ਤੁਹਾਡੀ ਜ਼ਿੰਦਗੀ 'ਚ, ਕਿਉਂਕਿ ਤੁਹਾਡਾ ਫੋਕਸ ਦੁੱਖ ਤੇ ਆ। ਆਪਣੀ ਪ੍ਰਕਾਰ ਚੁੱਕੋ ਤੇ ਸੁੱਖ ਤੇ ਰੱਖੋ। ਸੁੱਖ ਕਿੱਥੇ ਆ ਉਹਨੂੰ ਲੱਭੋ, ਤੁਹਾਡੇ ਕੋਲ ਤੁਹਾਡਾ ਸੁੱਖ ਹੈ ਆ, ਉਹ ਵੱਧ ਜਾਏਗਾ, ਕਿਉਂਕਿ ਧਿਆਨ ਵਿੱਚ ਬੜੀ ਤਾਕਤ। ਅਸੀਂ ਇਸ ਚੀਜ਼ ਤੇ ਧਿਆਨ ਕੀਤਾ ਜਿਸ ਚੀਜ਼ ਤੇ ਸਾਰੀ ਦੁਨੀਆ ਨੇ ਧਿਆਨ ਕੀਤਾ, ਜਿਹਨੂੰ ਕਹਿੰਦੇ ਭੇਡ ਚਾਲ। ਅਸੀਂ ਸੋਚ ਰਹੇ ਆ ਆਹ ਕੰਮ ਕਰਕੇ ਇਹਦਾ ਬਣ ਗਿਆ ਤੇ ਮੈਂ ਵੀ ਬਣ ਜਾਣਾ। ਸਾਰੇ ਲੋਕ ਡਾਕਟਰ ਬਣਨ ਨੂੰ ਨਿਕਲ ਗਏ, ਸਾਰੇ ਲੋਕ ਇੰਜੀਨੀਅਰ ਬਣਨ ਨੂੰ ਨਿਕਲ ਗਏ, ਤੇ ਹਰ ਸਾਲ ਕੀ ਕਦੀ ਅੰਕੜੇ ਵੇਖੇ ਨੇ ਕਿੰਨੇ ਬੱਚੇ ਸੁਸਾਈਡ ਕਰ ਰਹੇ? ਕੀ ਕਦੀ ਅਸੀਂ ਵੇਖ ਪਾਏ ਉਹਨਾਂ ਮਾਵਾਂ ਨੂੰ ਜਿਨ੍ਹਾਂ ਦੀਆਂ ਧੀਆਂ ਬਹੁਤ ਸੋਹਣਾ ਪੜ੍ਹਦੀਆਂ ਸੀ, ਪਰ ਕਿਸੇ ਕਾਰਨ ਨੰਬਰ ਘੱਟ ਆ ਗਏ ਤੇ ਉਹ ਕੁੜੀ ਨੇ ਆਪਣੇ ਆਪ ਨੂੰ ਟੈਂਕੀ ਤੋਂ ਥੱਲੇ ਸੁੱਟਣਾ ਸੌਖਾ ਸਮਝਿਆ, ਘਰ ਜਾਣਾ ਔਖਾ ਸਮਝਿਆ। ਇਹ ਮੇਰੇ ਸ਼ਹਿਰ ਦੀ ਗੱਲ ਦੱਸ ਰਹੀ ਆ। ਮੇਰੀ ਬੇਟੀ ਦੀ ਜਦੋਂ 10th ਨਹੀਂ ਸੀ ਹੋਈ, ਉਹ ਤੋਂ ਪਹਿਲਾਂ ਮੈਨੂੰ ਇਹ ਖਬਰ ਮਿਲੀ ਸੀ ਕਿ ਇੱਕ ਬੱਚੀ ਸੀ ਸਾਡੇ ਸ਼ਹਿਰ ਦੀ, ਜਿਹੜੀ ਬਹੁਤ ਇੰਟੈਲੀਜੈਂਟ ਸੀਗੀ, ਇੰਟੈਲੀਜੈਂਟ ਬੱਚਿਆਂ 'ਚ ਆਉਂਦੀ ਸੀਗੀ। ਉਹ ਘਰ ਨਹੀਂ ਆਈ, ਘਰਦਿਆਂ ਲੱਭਣਾ ਸ਼ੁਰੂ ਕਰ ਦਿੱਤਾ, ਮਾਪੇ ਫੋਨ ਕਰੀ ਜਾਂਦੇ ਸੀ, ਤੇ ਕਿਸੇ ਝਾੜੀਆਂ ਦੇ ਵਿੱਚ ਇੱਕ ਫੋਨ ਵੱਜਦਾ ਸੀ। ਕਿਸੇ ਨੇ ਹੌਸਲਾ ਕਰਕੇ ਗਾਂਹ ਵੱਧ ਕੇ ਉਹ ਫੋਨ ਚੁੱਕਿਆ ਤੇ ਪੁੱਛਿਆ ਵੀ ਹਾਂਜੀ, ਤੇ ਕਹਿੰਦੇ ਜੀ ਇਹ ਸਾਡੀ ਕੁੜੀ ਦਾ ਫੋਨ ਆ ਭਾਈ, ਤੇਰੇ ਕੋ ਕਿਵੇਂ? ਕਹਿੰਦਾ ਇੱਕ ਕੁੜੀ ਡਿੱਗੀ ਪਈ ਆ ਤੇ ਫੋਨ ਵੱਜ ਰਿਹਾ ਸੀ ਤੇ ਮੈਂ ਚੁੱਕ ਲਿਆ। ਉਹ ਕੁੜੀ ਬਹੁਤ ਹੁਸ਼ਿਆਰ ਸੀਗੀ, ਉਹਦੀ ਜ਼ਿੰਦਗੀ ਵਿੱਚ ਉਹਨੂੰ ਬਹੁਤ ਕੁਝ ਮਿਲ ਸਕਦਾ ਸੀਗਾ, ਬਟ ਇੱਕ ਭੇਡ ਚਾਲ ਚੱਲੀ ਹੋਈ ਆ, ਜੇ ਟੌਪ ਨਹੀਂ ਕੀਤਾ ਤੇ ਪਤਾ ਨਹੀਂ ਕੀ ਤੂਫਾਨ ਆ ਜਾਣਾ। ਇਸ ਕਰਕੇ ਉਸ ਬੱਚੀ ਨੇ ਆਪਣੇ ਆਪ ਨੂੰ ਉਸ ਪਾਣੀ ਦੀ ਟੈਂਕੀ ਤੋਂ ਥੱਲੇ ਸੁੱਟਤਾ ਤੇ ਰੀੜ੍ਹ ਦੀ ਹੱਡੀ ਟੁੱਟਣ ਕਰਕੇ ਅੱਜ ਮੈਂ ਜਾਣਦੀ ਨਹੀਂ ਉਹ ਜਿੰਦਾ ਜਾਂ ਨਹੀਂ ਜਿੰਦਾ, ਬਟ ਉਸ ਸਮੇਂ ਉਹ ਬਹੁਤ ਦੁਖੀ ਹਾਲਤ ਵਿੱਚ ਆਪਣੇ ਪੇਰੈਂਟਸ ਨੂੰ ਮਿਲੀ ਸੀ। ਉਸ ਮਾਂ ਦੀ ਕੰਡੀਸ਼ਨ ਨੂੰ ਯਾਦ ਕਰੋ ਤੇ ਹੁਣ ਆਪਣੇ ਆਪ ਵੱਲ ਆਓ। ਜਿੱਦਣ ਤੁਸੀਂ ਕਾਲਜ ਸ਼ੁਰੂ ਕੀਤਾ, ਜਿੱਦਣ ਤੁਸੀਂ ਕਾਲਜ ਖਤਮ ਕੀਤਾ, ਜਾਂ ਤੁਹਾਡੀ ਆਰਥਿਕ ਪ੍ਰੋਬਲਮ ਦੇ ਚੱਲਦਿਆਂ ਤੁਸੀਂ ਪੜ੍ਹਾਈ ਨਹੀਂ ਕਰ ਸਕੇ, ਤੁਹਾਨੂੰ ਜੌਬ ਨਹੀਂ ਮਿਲੀ ਕਿਉਂਕਿ ਤੁਸੀਂ ਪੜ੍ਹੇ ਨਹੀਂ, ਤੇ ਤੁਹਾਨੂੰ ਛੋਟੇ ਮੋਟੇ ਕੰਮ ਕਰਨੇ ਪੈ ਗਏ, ਤੇ ਤੁਸੀਂ ਉਹ ਜਿਹੜਾ ਤੁਹਾਡੇ ਅੰਦਰ ਜੋਸ਼ ਸੀ ਨਾ 18 ਸਾਲ 15 ਸਾਲ 20 ਸਾਲ 25 ਸਾਲ ਦੀ ਉਮਰ ਤੱਕ, ਉਹ ਖਤਮ ਹੁੰਦਾ ਤੁਸੀਂ ਵੇਖ ਰਹੇ ਹੋ ਇਸ ਵੇਲੇ। ਜਿੱਦਾਂ ਤੁਸੀਂ 60 65 ਦੇ ਹੋਣਾ ਵਾ, ਜੇ ਰੱਬ ਨੇ ਤੁਹਾਨੂੰ ਬਚਾ ਛੱਡਿਆ ਭੈੜੀਆਂ ਭੈੜੀਆਂ ਬਿਮਾਰੀਆਂ ਤੋਂ, ਤੁਸੀਂ ਜ਼ਿੰਦਗੀ ਹੋਰ ਲੰਬੀ ਜੀ ਲਈ, ਤੇ ਫਿਰ ਤੁਹਾਨੂੰ ਕੀ ਸਮਝ ਆਉਣਾ? ਤੁਹਾਡੇ ਕੋਲ ਪੈਸੇ ਨਹੀਂ ਹੈਗੇ। ਜੋ ਕੁਝ ਬਿਹੇਵ ਤੁਸੀਂ ਆਪਣੇ ਮਾਪਿਓ ਨਾਲ ਕਰ ਰਹੇ ਹੋ, ਜਾਣਦੀਆਂ ਗੁਆਂਢੀਆਂ ਨੂੰ ਕਰਦਾ ਦੇਖ ਰਹੇ ਹੋ, ਤੁਹਾਡੇ ਨਾਲ ਵੀ ਉਹੀ ਹੋ ਜਾਣਾ। ਕਿਉਂਕਿ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹ ਰੋਗ ਬਠੋਰੇ ਨੂੰ, ਉਹਨਾਂ ਕੋਲ ਵੀ ਪੈਸੇ ਨਹੀਂ ਹੈਗੇ ਤੇ ਤੁਹਾਡੇ ਕੋਲ ਵੀ ਪੈਸੇ ਨਹੀਂ ਰਹਿਣੇ, ਕਾਰਨ ਅਸੀਂ ਰਾਹ ਪੁੱਠੇ ਪੈ ਗਏ ਹਾਂ। ਅਸੀਂ ਲੋਕਾਂ ਦੀਆਂ ਗਲਤੀਆਂ ਕੱਢਦੇ ਆਪਣਾ ਰਾਹ ਹੀ ਭੁੱਲ ਗਏ ਆ। ਅਸੀਂ ਕਰਨਾ ਕੀ? ਆਪਣੀਆਂ ਗਲਤੀਆਂ ਨੂੰ ਥੋੜਾ ਜਿਹਾ ਦਿਮਾਗ ਦੇ ਵਿੱਚੋਂ ਬਾਹਰ ਕੱਢੋ। ਸਭ ਤੋਂ ਪਹਿਲਾਂ ਆਪਣੀ ਸੋਚ ਨੂੰ ਟਿਕਾਣੇ ਲਿਆਓ। ਮੈਂ ਆਪਣੀ ਸੋਚ ਨੂੰ ਟਿਕਾਣੇ ਲਿਆਂਦਾ ਤੇ ਇਸ ਵੇਲੇ ਮਹੀਨੇ ਦੇ ਲੱਖਾਂ ਰੁਪਏ ਕਮਾ ਰਹੀ ਹਾਂ। ਮੈਂ ਕਦੀ ਨਹੀਂ ਸੀ ਸੋਚਿਆ ਮੈਂ ਲੱਖ ਰੁਪਈਆ ਨਹੀਂ ਕਮਾ ਸਕਦੀ, ਮੈਂ ਇਸ ਕਰਕੇ ਲੱਖ ਰੁਪਏ ਤੋਂ ਵੱਧ ਕਮਾ ਰਹੀ ਹਾਂ। ਸੋਚ ਵੱਡੀ ਆ। ਸੋਚ ਇਜ਼ ਐਵਰੀਥਿੰਗ। ਸੋਚ ਹੀ ਸਭ ਕੁਝ ਆ। ਸੋਚ ਤੇ ਨਿਰਭਰ ਕਰਦਾ। ਕਹਿੰਦੇ ਜਿਹੜਾ ਮੰਨ ਲਵੇ ਉਹ ਕੋ ਰੱਬ ਹੈਗਾ, ਜਿਹੜਾ ਨਾ ਮੰਨੇ ਰੱਬ ਹੈ ਨਹੀਂ। ਜੇ ਮੰਨੀਏ ਤੇ ਭਗਵਾਨ ਹੈ, ਜੇ ਨਾ ਮੰਨੀਏ ਤੇ ਨਹੀਂ ਆ। ਤੇ ਇਹਦਾ ਮਤਲਬ ਕੀ ਆ? ਤੁਹਾਡੀ ਸੋਚ ਵੱਡੀ ਆ। ਇੱਕ ਛੋਟੇ ਬੱਚੇ ਨੂੰ ਮਾਂ ਤੋਂ ਵੱਖਰਾ ਕਰ ਦਿੱਤਾ ਜਾਵੇ ਤੇ ਕਿਸੇ ਹੋਰ ਨੂੰ ਦੇ ਦਿੱਤਾ ਜਾਵੇ, ਉਹਦੇ ਵਾਸਤੇ ਉਹ ਉਹਦੀ ਮਾਂ ਆ, ਕਿਉਂਕਿ ਉਹਨੂੰ ਇਹੋ ਹੀ ਪਤਾ ਕਿ ਉਹ ਉਹਦੀ ਮਾਂ ਆ। ਤੁਹਾਨੂੰ ਸਾਰਿਆਂ ਨੂੰ ਇੱਕ ਇਹੋ ਜਿਹੀ ਜ਼ਿੰਦਗੀ ਵਿੱਚ, ਮੇਰੀ ਗੱਲ ਨੂੰ ਕਿਸੇ ਨੇ ਪਰਸਨਲੀ ਨਹੀਂ ਲੈਣਾ। ਮੈਂ ਨਹੀਂ ਜਾਣਦੀ ਕਿ ਤੁਸੀਂ ਕਿੰਨੇ ਸਕਸੈਸਫੁਲ ਹੋ ਜਾਂ ਕਿੰਨੀ ਪ੍ਰੋਬਲਮ ਚ ਹੋ। ਮੈਂ ਸਿਰਫ ਤੁਹਾਡੇ ਧਿਆਨ 'ਚ ਇੱਕ ਪ੍ਰੋਬਲਮ ਲੈ ਕੇ ਆਈ ਹਾਂ। ਮੈਂ ਆਪਣੀ ਗੱਲ ਕਰ ਰਹੀ ਹਾਂ, ਮੈਂ ਤੁਹਾਡੀ ਗੱਲ ਕਰ ਰਹੀ ਹਾਂ, ਮੈਂ ਸਾਂਝੀ ਗੱਲ ਕਰ ਰਹੀ ਹਾਂ। ਵੇਖੋ ਪ੍ਰੋਬਲਮ ਕੀ ਆ? ਇਸ ਵੇਲੇ ਹਰ ਬੰਦਾ ਆਰਥਿਕ ਪਰੇਸ਼ਾਨੀ ਚੋਂ ਨਿਕਲ ਰਿਹਾ। ਪ੍ਰੋਬਲਮ ਕੀ ਆ? ਤਕਰੀਬਨ ਅਸੀਂ ਅਮਰੀਕਾ ਦੇ ਪਾਏ ਪੂਰਨਿਆਂ ਤੇ ਚੱਲਣ ਲੱਗ ਪਏ ਆ। ਅਸੀਂ ਕਹਿਣ ਲੱਗ ਪਏ ਆ ਵੀ ਸਾਨੂੰ ਡਿਪਰੈਸ਼ਨ ਹੋ ਰਿਹਾ। ਡਿਪਰੈਸ਼ਨ ਕਹਿੰਦੇ ਮਾਨਸਿਕ ਬਿਮਾਰੀ। ਕੀ ਤੁਹਾਡੇ ਵੱਡ ਵਡੇਰੇ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਸੀ? ਨਹੀਂ ਸ਼ਿਕਾਰ ਸੀਗੇ। ਕਿਉਂ? ਕਿਉਂਕਿ ਉਹ ਚੜ੍ਹਦੀ ਕਲਾ ਦੀ ਸੋਚ ਦੇ ਮਾਲਕ ਸੀ। ਤੁਸੀਂ ਉਸ ਸ਼ਹਿਰ ਦੇ ਵਿੱਚ ਹੋ ਜਿੱਥੇ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਵਾ, ਜਿੱਥੇ ਉਹ ਬਿਨਾਂ ਸਿਰ ਤੋਂ ਲੜ ਸਕਦੇ ਨੇ। ਕਿਉਂ? ਕਿਉਂਕਿ ਸੋਚ ਤਗੜੀ ਸੀ। ਅਰਦਾਸ ਕੀਤੀ ਸੀ, ਪਹੁੰਚਣਾ ਤੇ ਪਹੁੰਚ ਗਏ। ਤੇ ਜੇ ਅਸੀਂ ਅਰਦਾਸ ਕਰਾਂਗੇ ਤੇ ਸਾਨੂੰ ਨਾ ਪਹੁੰਚਾਉਣਗੇ।
ਜੇ ਤੁਸੀਂ ਮੰਨਦੇ ਜੇ ਸ਼੍ਰੀ ਕ੍ਰਿਸ਼ਨ ਹੈ ਨੇ, ਜੇ ਤੁਸੀਂ ਮੰਨਦੇ ਜੇ ਤੇ ਸ਼੍ਰੀ ਕ੍ਰਿਸ਼ਨ ਨੇ ਗੀਤਾ ਦਾ ਸਾਰ ਸਹੀ ਦਿੱਤਾ ਵਾ, ਇਹ ਕੋਈ ਮੈਥੋਲੋਜੀ ਨਹੀਂ ਗੀ, ਇਹ ਧਰਮ ਆ ਤੇ ਅਸੀਂ ਇਹਨੂੰ ਮੰਨਦੇ ਆ, ਤੇ ਫਿਰ ਜ਼ਿੰਦਗੀ ਵਿੱਚ ਅਸੀਂ ਡੋਲਦੇ ਕਿਉਂ? ਅਸੀਂ ਇਸ ਲਈ ਡੋਲ ਰਹੇ ਆ ਕਿਉਂਕਿ ਸਾਨੂੰ ਆਪਣੇ ਤੇ ਵਿਸ਼ਵਾਸ ਨਹੀਂ ਆ। ਮੈਂ ਕੋਸ਼ਿਸ਼ ਕਰ ਰਹੀ ਆ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਕਰੋ। ਦੇਖੋ ਰੱਬ ਹੈ ਆ, ਰੱਬ ਤੇ ਵਿਸ਼ਵਾਸ ਕਰੋ, ਇਹ ਨਹੀਂ ਕਿ ਰੱਬ ਤੇ ਵਿਸ਼ਵਾਸ ਨਹੀਂ, ਪਰ ਰੱਬ ਨੇ ਤੁਹਾਨੂੰ ਬਣਾ ਕੇ ਕਿਹਾ ਮੈਂ ਤੇਰੇ ਅੰਦਰ ਬੈਠਾ, ਤੇ ਜਿਹੜਾ ਤੁਹਾਡੇ ਅੰਦਰ ਬਹਿ ਗਿਆ ਤੁਹਾਡੇ ਤੇ ਵਿਸ਼ਵਾਸ ਕਰਕੇ, ਤੇ ਕੀ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਨਹੀਂ ਕਰ ਸਕਦੇ? ਮੈਂ ਜਿਹੜੀ ਅਗਲੀ ਗੱਲ ਤਾਂ ਨਾ ਕਰਨ ਜਾ ਰਹੀ ਹਾਂ ਉਹ ਤੁਹਾਡੇ ਸਾਰਿਆਂ ਦੀ ਜ਼ਰੂਰਤ ਹੈ, ਉਹਨੂੰ ਕਹਿੰਦੇ ਸਕਸੈਸਫੁਲ ਹੋਣਾ, ਜ਼ਿੰਦਗੀ 'ਚ ਵਿਜੇਤਾ ਹੋਣਾ। ਜ਼ਿੰਦਗੀ 'ਚ ਸਕਸੈਸਫੁਲ ਹੋਣਾ ਮਤਲਬ ਹੁੰਦਾ ਕਿ ਤੁਸੀਂ ਆਪਣੇ ਕੰਮ ਨੂੰ ਵਧੀਆ ਤਰੀਕੇ ਕਰ ਗਏ ਤੇ ਲੋਕਾਂ ਨੇ ਕਿਹਾ ਵੀ ਇਹ ਲੋਕ ਚੰਗੇ ਨੇ। ਕਈ ਮੈਂ ਇਹੋ ਜਿਹੇ ਹਾਈਲੀ ਐਜੂਕੇਟਿਡ ਲੋਕ ਆਟੋ ਚਲਾਉਂਦੇ ਵੇਖੇ ਆ ਜਿਨ੍ਹਾਂ ਕੋਲ ਡਿਗਰੀਆਂ ਹੈ ਨੇ। ਮੈਂ ਇਹੋ ਜਿਹੇ ਸਾਰੀਆਂ ਸਟੇਟਾਂ ਵਿੱਚ, ਇਹ ਨਹੀਂ ਕਿ ਇਕੱਲੇ ਪੰਜਾਬ ਵਿੱਚ, ਇੱਥੇ ਮਹਾਰਾਸ਼ਟਰ 'ਚ ਵੀ ਬਹੁਤ ਕੁਛ ਆ, ਨੇ ਸਾਰੀਆਂ ਸਟੇਟਾਂ ਵਿੱਚ ਬੜੇ ਇਹੋ ਜਿਹੇ ਲੋਕ ਜਿਹੜੇ ਬਹੁਤ ਵਧੀਆ ਖਿਡਾਰੀ ਹੁੰਦੇ ਸੀ, ਜਿਨ੍ਹਾਂ ਕੋਲ ਬਹੁਤ ਸਾਰੇ ਮੈਡਲ ਸੀਗੇ, ਉਹ ਕੇਲਿਆਂ ਦੀ ਰੇਹੜੀ ਲਾਉਂਦੇ ਵੇਖੇ ਨੇ। ਸਾਡੇ ਸਕੂਲ ਦੇ ਜਿਹੜੇ ਵਾਚਮੈਨ ਸੀਗੇ ਉਹ ਇੰਡੀਆ ਦੇ ਵਿੱਚ ਹਾਕੀ ਖੇਡੇ ਹੋਏ ਸੀਗੇ, ਨੈਸ਼ਨਲ ਪਲੇਅਰ ਰਹੇ ਸੀ, ਤੇ ਇੱਕ ਵਾਰੀ ਜ਼ਿੰਦਗੀ 'ਚ ਜਹਾਜ਼ ਤੇ ਬੈਠ ਕੇ ਹਾਕੀ ਦਾ ਮੈਚ ਖੇਡਣ ਵੀ ਗਏ ਸੀ। ਇਹ ਉਹਨਾਂ ਦੀਆਂ ਉਹ ਗੱਲਾਂ ਜਿਹੜੀਆਂ ਆਪਾਂ ਕਿਤਾਬਾਂ 'ਚ ਪੜ੍ਹਦੇ ਨੇ। ਖਾਸ ਕਰਕੇ ਜਿੰਨੇ ਪੰਜਾਬ ਵਾਲੇ ਹੋ ਤੁਸੀਂ ਸਾਰਿਆਂ ਨੇ ਤੂਤਾਂ ਦਾ ਖੂਹ ਪੜ੍ਹਿਆ ਹੋਇਆ, ਕਿਉਂਕਿ ਪੜ੍ਹਾਈ 'ਚ ਆਪਾਂ ਨੂੰ 10ਵੀਂ 'ਚ ਲੱਗ ਜਾਂਦਾ ਸੀ। ਉਹਦੇ ਵਿੱਚ ਆਪਾਂ ਕੁਝ ਪਿੰਡ ਦੀਆਂ ਪੁਰਾਣੀਆਂ ਪੁਰਾਤਨ ਗੱਲਾਂ ਪੜ੍ਹਦੇ ਸੀ ਤੇ ਬੜੀਆਂ ਚੰਗੀਆਂ ਲੱਗਦੀਆਂ ਸੀ, ਬਟ ਅੱਜ ਨਾ ਪਿੰਡ ਰਹੇ ਤੇ ਨਾ ਪਿੰਡਾਂ ਵਾਲੀ ਸੋਚ ਰਹੀ। ਅਸੀਂ ਸਾਰੇ ਹੀ ਐਡਵਾਂਸ ਹੋਣ ਲੱਗ ਪਏ ਤੇ ਅਸੀਂ ਇਹ ਭੁੱਲ ਗਏ ਕਿ ਅਸੀਂ ਦੁਨੀਆ ਨੂੰ ਫਤਿਹ ਕਰਦੇ ਰਹੇ ਹਾਂ, ਅਸੀਂ ਦੁਨੀਆ ਨੂੰ ਫਤਿਹ ਕਰ ਸਕਦੇ ਹਾਂ। ਦੁਨੀਆ ਨੂੰ ਜਿੱਤਣ ਵਾਲੇ ਲੋਕ ਜਿਨ੍ਹਾਂ ਨੇ ਵੱਡੇ ਵੱਡੇ ਹਮਲਾਵਰਾਂ ਨੂੰ ਪੰਜਾਬ ਦੇ ਬਾਰਡਰ ਨਹੀਂ ਲੰਘਣ ਦਿੱਤੇ, ਅੱਜ ਉਹ ਹਾਰੇ ਹੋਏ ਨੇ, ਅੱਜ ਉਹ ਨਸ਼ਈ ਹੋਏ ਨੇ, ਅੱਜ ਉਹ ਸੁਸਾਈਡ ਕਰ ਰਹੇ ਨੇ। ਕਿਉਂ? ਕਿਉਂਕਿ ਸਾਨੂੰ ਲੱਗ ਰਿਹਾ ਸਾਡੇ ਕੋਲ ਪੈਸਾ ਨਹੀਂ ਹੈਗਾ। ਸਾਡੀਆਂ ਮਾਵਾਂ ਦੇ ਪੁੱਤ, ਸਾਡੇ ਬੱਚੇ ਬਾਹਰ ਜਾ ਰਹੇ ਨੇ। ਕਿਉਂ ਜਾ ਰਹੇ ਨੇ ਸਾਡੇ ਬੱਚੇ ਬਾਹਰ? ਕਿਉਂਕਿ ਸਾਡੇ ਕੋਲ ਪੰਜਾਬ 'ਚ ਪੈਸਾ ਨਹੀਂ ਹੈਗਾ, ਸਾਡੇ ਕੋਲ ਉਹਨਾਂ ਨੂੰ ਦੇਣ ਨੂੰ ਨੌਕਰੀਆਂ ਨਹੀਂ ਹੈਗੀਆਂ। ਤੇ ਮੇਰੀ ਗੱਲ ਨੂੰ ਧਿਆਨ ਨਾਲ ਸੁਣੋ, ਆਪਾਂ ਸਾਰੇ ਭੈਣ ਭਰਾਵਾਂ ਕਿਉਂ ਨਾ ਆਪਾਂ ਮਿਲ ਕੇ ਇੱਕ ਡਿਸੀਜਨ ਲੈ ਲਈਏ। ਅਗਰ ਆਪਾਂ ਇਹ ਡਿਸੀਜਨ ਲੈ ਗਏ ਕਿ ਆਪਾਂ ਕੁਝ ਕਰ ਸਕਦੇ ਹਾਂ, ਜਾਂ ਆਪਾਂ ਇਹ ਡਿਸੀਜਨ ਲੈ ਲਿਆ ਕਿ ਸਾਨੂੰ ਕੁਝ ਕਰਨਾ ਚਾਹੀਦਾ ਵਾ, ਤੇ ਅਸੀਂ ਉਹ ਕਰ ਸਕਦੇ ਹਾਂ ਜਿਹਦੇ ਲਈ ਅਸੀਂ ਜਾਣੇ ਜਾਂਦੇ ਹਾਂ। ਮੈਂ ਜਿਹੜਾ ਤੁਹਾਡੇ ਨਾਲ ਕੰਮ ਸਾਂਝਾ ਕਰਨਾ ਨਾ, ਉਹ ਬਹੁਤ ਜ਼ਿਆਦਾ ਸਿੰਪਲ ਆ, ਇਸ ਕਰਕੇ ਬਹੁਤਿਆਂ ਲੋਕਾਂ ਨੂੰ ਲੱਗਣਾ ਵੀ ਇਸ ਤਰ੍ਹਾਂ ਨਹੀਂ ਹੁੰਦਾ। ਕੰਮ ਕੀ ਹੈ? ਮੈਂ ਤੁਹਾਨੂੰ ਇਹ ਕਹਿਣਾ ਕਿ ਕਿਤੋਂ ਨਾ ਕਿਤੋਂ ਸਮਾਨ ਲੈ ਰਹੇ ਜੇ, ਤੇ ਅਗਰ ਤੁਸੀਂ ਉੱਥੋਂ ਸਮਾਨ ਨਾ ਲੈ ਕੇ ਜਿੱਥੋਂ ਮੈਂ ਤੁਹਾਨੂੰ ਦੱਸਾਂ ਉੱਥੋਂ ਲੈਂਦੇ ਹੋ, ਤੇ ਤੁਹਾਡੇ ਸਾਰੇ ਸੁਪਨੇ ਪੂਰੇ ਹੋ ਸਕਦੇ ਆ। ਤੁਸੀਂ ਆਪਣੇ ਪਰਿਵਾਰ ਦੇ ਪਹਿਲੇ ਕਰੋੜਪਤੀ ਬਣ ਸਕਦੇ ਜੇ, ਤੇ ਇਸ ਤਰ੍ਹਾਂ ਕਰਨ ਵਾਲੇ ਤੁਸੀਂ ਪਹਿਲੇ ਨਹੀਂ ਹੋਗੇ। ਮੈਂ ਜਿਹੜਾ ਆਪਣੇ ਬਾਰੇ ਤੁਹਾਨੂੰ ਦੱਸ ਰਹੀ ਸੀ, ਹੁਣ ਮੈਂ ਉਹਨੂੰ ਕੰਪਲੀਟ ਕਰ ਸਕਦੀ ਹਾਂ, ਕਿਉਂਕਿ ਹੁਣ ਤੁਹਾਨੂੰ ਮੇਰੀ ਗੱਲ ਤੇ ਵਿਸ਼ਵਾਸ ਆਏਗਾ, ਕਿਉਂਕਿ ਹੁਣ ਮੈਂ ਹਥੇਲੀ ਤੇ ਸਰੋਂ ਜਮਾ ਕੇ ਬੈਠੀ ਹੋਈ ਹਾਂ। ਮੈਂ ਬਹੁਤ ਘੱਟ ਪੜ੍ਹੀ, ਬਿਨਾਂ ਕਿਸੇ ਡਿਗਰੀ ਤੋਂ, ਅੰਮ੍ਰਿਤਸਰ ਤੋਂ ਪੜ੍ਹ ਕੇ ਜਦੋਂ ਵਾਪਸ ਆਈ ਤੇ ਬਹੁਤ ਵੱਡੀ ਨੌਲੇਜ ਆਪਣੇ ਪਰਿਵਾਰ, ਆਪਣੇ ਖਾਨਦਾਨ ਦੀ ਸਾਰੀ ਨੌਲੇਜ ਧੀਆਂ ਲੈ ਆਉਂਦੀਆਂ ਨੇ ਨਾਲ, ਕਿਉਂਕਿ ਮਾਪਿਆਂ ਨੂੰ ਬਹੁਤਾ ਪਿਆਰ ਕਰਦੀਆਂ ਨੇ ਧੀਆਂ। ਆਪਣੇ ਦਾਦੇ ਬਾਰੇ ਵੀ ਜਾਣਦੀਆਂ ਨੇ, ਆਪਣੇ ਪਿਤਾ ਬਾਰੇ ਵੀ ਜਾਣਦੀਆਂ ਨੇ, ਇਸ ਕਰਕੇ ਉਹ ਸਾਰੇ ਸੰਸਕਾਰ ਨਾਲ ਲੈ ਆਉਂਦੀਆਂ ਨੇ। ਮੈਂ ਆਪਣੇ ਪਾਪਾ ਦੇ ਕੋਲੋਂ ਇਹ ਸੁਣ ਕੇ ਵੱਡੀ ਹੋਈ ਸੀ ਕਿ ਮੇਰੇ ਪਿਤਾ ਜੀ, ਮੇਰੇ ਦਾਦਾ ਜੀ ਸੈਕੰਡ ਵਰਲਡ ਵਾਰ ਦੇ ਵਿੱਚ ਸੀ, ਮੇਰੇ ਪਾਪਾ ਆਰਮੀ ਦੇ ਵਿੱਚ ਸੀ, ਕਿਉਂਕਿ ਸਾਨੂੰ ਸਭ ਤੋਂ ਸੌਖਾ ਲੱਗਦਾ ਜੇ ਜਾਂ ਗੱਡੀਆਂ ਪਾਉਣੀਆਂ ਜਾਂ ਫੌਜ ਵਿੱਚ ਭਰਤੀ ਹੋਣਾ, ਪੁਰਾਣੇ ਲੋਕਾਂ ਦਾ ਕੰਮ, ਤੇ ਅਸੀਂ ਉਹ ਦੋਵੇਂ ਹੀ ਕੀਤੇ। ਮੇਰੇ ਪਾਪਾ ਫੌਜ ਵਿੱਚ ਸੀਗੇ, ਉਸ ਤੋਂ ਬਾਅਦ ਉਹ ਟਰਾਂਸਪੋਰਟਰ ਬਣ ਗਏ, ਤੇ ਮੇਰੇ ਸਹੁਰਾ ਸਾਹਿਬ ਹਜੂਰ ਸਾਹਿਬ ਉਹ ਵੀ ਪਹਿਲਾਂ ਫੌਜ ਵਿੱਚ ਸੀਗੇ ਤੇ ਬਾਅਦ ਵਿੱਚ ਉਹ ਟਰਾਂਸਪੋਰਟਰ ਬਣ ਗਏ, ਕਿਉਂਕਿ ਸਾਨੂੰ ਗੱਡੀਆਂ ਚਲਾਉਣੀਆਂ ਤੇ ਫੌਜ ਵਿੱਚ ਜਾਣਾ ਆਸਾਨ ਲੱਗਦਾ ਸੀ, ਕਿਉਂਕਿ ਸਾਡੇ ਵਾਸਤੇ, ਸਾਡੀ ਕਮਿਊਨਿਟੀ ਵਾਸਤੇ ਦੁਕਾਨਾਂ ਤੇ ਬਹਿ ਕੇ ਦੁਕਾਨਾਂ ਚਲਾਉਣੀਆਂ ਔਖਾ ਕੰਮ ਸੀ। ਇੰਨੀ ਪੇਸ਼ੈਂਸ, ਇੰਨਾ ਸਬਰ ਅਸੀਂ ਇਕੱਠਾ ਨਹੀਂ ਸੀ ਕਰ ਸਕਦੇ, ਇਸ ਕਰਕੇ ਅਸੀਂ ਮਿਹਨਤ ਵਾਲੇ ਕੰਮ 'ਚ ਲੱਗ ਗਏ। ਤੇ ਜਦੋਂ ਉਸ ਮਿਹਨਤ ਵਾਲੇ ਪਰਿਵਾਰ ਦੀ ਆ ਬੇਟੀ ਬਹੁਤ ਸੁੱਖ ਵਾਲੇ ਜੀਵਨ ਵਿੱਚ ਆ ਗਈ ਨਾ, ਇਹਨੇ ਸੋਚਣਾ ਸ਼ੁਰੂ ਕਰਤਾ ਕਿ ਮੈਂ ਸਿਰਫ ਜ਼ਿੰਦਗੀ ਵਿੱਚ ਇਸ ਕਰਕੇ ਜਨਮ ਨਹੀਂ ਲਿਆ, ਇਸ ਕਰਕੇ ਮੈਂ ਇੱਥੇ ਨਹੀਂ ਆਈ ਕਿ ਮੈਂ ਲੋਕਾਂ ਕੋਲ ਕੰਮ ਕਰਾਵਾਂ ਤੇ ਬਹਿ ਬਹਿ ਕੇ ਭਾਰ ਵਧਾਵਾਂ। ਮੈਂ ਆਪਣੇ ਆਪ ਨੂੰ ਕੁਝ ਕਰਨ ਵਾਸਤੇ ਇੱਕ ਟਾਰਗੇਟ ਦਿੱਤਾ, ਜਿਹਨੂੰ ਆਪਾਂ ਕਹਿੰਦੇ ਟੀਚਾ ਦੇਣਾ, ਏਮ ਰੱਖਣਾ ਜ਼ਿੰਦਗੀ 'ਚ। ਕੁਝ ਸਕਸੈਸਫੁਲ ਲੋਕਾਂ ਬਾਰੇ ਪੜ੍ਹਿਆ ਸੁਣਿਆ ਸੀ ਤੇ ਮੈਂ ਆਪਣੇ ਆਪ ਨੂੰ ਸਕਸੈਸਫੁਲ ਹੁੰਦਾ ਹੋਇਆ ਦੇਖਣਾ ਚਾਹੁੰਦੀ ਸੀ, ਕਿਉਂਕਿ ਬਹੁਤ ਸਾਰੀਆਂ ਕੁੜੀਆਂ ਵਾਂਗ ਮੇਰਾ ਸੁਪਨਾ ਸੀ ਕਿ ਮੈਂ ਡਾਕਟਰ ਬਣਾ,
मेरा सुपना सी मैं जज बना। जज क्यों? क्योंकि फोका टोर पाउण दी आदत बड़ी सी। मैनूं लगदा सी जदों जज ऑर्डर ऑर्डर कहंदा ते बहुती दुनिया चुप करके सुणदी आ ते मैं वो टोर नूं मानना चाहुंदी सी। बट जल्दी पता लग गया एडा सौखा नहीं है जज बनना, बड़े तरीके की जिंदगी चो लंघना पैंदा है। ते मैं जज तो डॉक्टर ते डॉक्टर तो हाउस वाइफ बन के आ गई, पर मैं अपने प्रोफैशन नूं, हाउस वाइफ के प्रोफैशन नूं 100% दे के निभाया ते अज मैं एक डॉक्टर दी मां बन गई। जे मैं अपने प्रोफैशन नूं चंगी तरह चंगी नीत दे नाल जां बहुत मेहनत दे नाल ना कीता हुंदा, हो सकदा मेरे बच्चे इन्नी उच्च विद्या ना भी लै पाउंदे, इन्नी हायर एजुकेशन ना भी लै पाउंदे। मैं जिहड़ी तुहानूं पहला गल कह रही सी भेड़ चाल दा मेरे मतलब नूं, मेरी गल नूं गलत नहीं लैना कि मैं ना पढ़न वाला कह रही हां। मैं सिर्फ ये कह रही हां कि सिर्फ पढ़ के सक्सैसफुल होया जा सकदा, इस गल नूं बदलण नूं कह रही हां। दूसरा कि अगर मैं नहीं पढ़िया तो सक्सैसफुल नहीं होऊंगा पहला, ते दूसरा जो सारे कर रहे मैं वो करके सक्सैसफुल हो जाऊंगा। ये दूजा मुढ़ली गलती असी कर रहे हैं, ये आपां नहीं करनी। मैं एक वो काम किया जिहदे विच मेरा कोई पैसा नहीं लगा, ना मैं पैसा इन्वेस्ट किया, ना मैं इंटरव्यू दी, ना मेरिया किसी ने डिग्रियां पूछियां। ते इस वेले महीने का 3 लाख रुपया कमाउणी आ ते अपने आप को सक्सैसफुल बिजनेस वूमन कहलाउणी आ। इस वेले मैं बाय प्रोफैशन हाउस वाइफ ही हूँ। अज भी मेरे को कोई डिग्री नहीं, कि अज भी मैं कोई वड्डी वड्डी फर्मां नहीं चला रही। मैं बाय प्रोफैशन अगर मैनूं कोई कहे हिस्टरी दसो तो जी हाउस वाइफ हाँ, 3 बच्चों की माँ वा। ये पता वा घर कदों की किवें बनदा रहा, पर यह कदी नहीं पता किस तरह फैक्ट्रियां चलदियां ने ते किस तरह प्रोडक्ट बनाउंदियां ने। मैं सिर्फ एक चीज के बारे जानकारी लई, मैनूं एक नवीं चीज बारे पता लगा जिहड़ी अज मैं तुहाडे नाल सांझी करन वास्ते तुहाडे कोल आई हां। मैं तुहानूं ये दस्सण वास्ते आई हां, बिना पैसे लाया, बिना नौकरी कीतिया, तुहाडे चल रहे काम नूं चंगी तरह करदियां होया भी अगर तुसीं सोच लिया कि तुहानूं थोड़े एक्स्ट्रा पैसों की लोड़ आ, जां तुसीं मेरे वांगू अपनी जिंदगी में सक्सैस नूं टच ते फील करना चाहुंदे जे, ते ये बिजनेस तुसीं कर सकदे हो। बिजनेस का नाम मोदी केयर। मोदी केयर नूं प्रधानमंत्री मोदी दे नाल बिल्कुल नहीं जोड़ना, बिकॉज मोदी एक सरनेम आ मिस्टर समीर मोदी सर दा। समीर मोदी एक वो इंसान आ जिन्हां दा खानदान पिछले कई सालों तो देश अपने देश विच अपने देश नूं अगे वधाउण वास्ते चल रहा। 1932 विच जदों महाराजा पटियाले दा राज हुंदा सी, आजादी तो पहलां दी गल आ, 1932 विच मिस्टर समीर मोदी सर दे जिहड़े वड्डे सीगे दादा जी, उन्होंने अपनी नौकरी छड्ड दित्ती। मतलब फाइनांस मिनिस्टर सीगे एक राजा दे, उन्हें अपनी नौकरी छड्ड दित्ती ते उन्हें 400 रुपया उस राजे को लै लिया, जिहड़ा तुहाडे ही पटियाले दा राजा सी, उहदे कोल 400 रुपया लैके उन्हें एक नवीं सोच ते काम कीता। जिस नवीं सोच ते अज मैं तुहानूं सारिआं नूं काम करन नूं कह रही हूं। नवीं सोच की सीगी कि मैं अपना कुछ काम शुरू करूं। हुण असीं की सोचांगे कि उहदे को उस जमाने च 400 रुपया सी, सानूं अज भी 400 रुपए की बचत करनी औखी हो रही आ, ते असीं किस तरह करांगे। फ्रेंड्स, उन्हें एक इहो जिहा सिस्टम चलाता कि तुहानूं 400 रुपए लाउण दी लोड़ नहीं आ, तुहानूं सिर्फ इस चीज़ नूं समझण दी लोड़ आ। ना ये झूठ आ, ना ये कोई चेन सिस्टम आ, ना लोगों को ठगण वाला काम आ। सीधा साधा सरल सच्चा ते सीधा बिजनेस आ। जो उस इंसान ने 400 रुपया इन्वेस्ट किया ना, उस 400 रुपए तो अज वो 70,000 करोड़ का मालिक हो गया। 70 तो प्लस माइनस लीगली 68,000 तो 70,000 करोड़ का मालिक वो है। उस इंसान ने एक बिजनेस शुरू किया 1996 में। वो बिजनेस का नाम मोदी केयर। मोदी केयर इस करके क्योंकि उसका सरनेम मोदी आ, मिस्टर समीर मोदी, ते ਉਹਦੇ करके उन्हें ਉਹਦਾ नाम मोदी केयर रखा। मोदी केयर बिजनेस ਦੇ ਵਿੱਚ ਜਦੋਂ ਉਹ ਆ ਗਿਆ, ਉਹਨੇ ਇਹ ਸਿਸਟਮ ਇਸ ਤਰੀਕੇ ਕੀਤਾ ਕਿ ਜਿਹੜਾ ਤੁਸੀਂ ਸਮਾਨ ਲਓ ਉਹ ਮੇਰੀ ਦੁਕਾਨ ਤੋਂ ਲਓ ਤੇ ਇਹਦੀ ਐਡਵਰਟਾਈਜ਼ਮੈਂਟ ਤੁਸੀਂ ਖੁਦ ਕਰੋ। ਜਿਵੇਂ ਅੱਜ ਮੈਂ ਤੁਹਾਡੇ ਕੋਲ ਐਡਵਰਟਾਈਜ਼ਮੈਂਟ ਕਰ ਰਹੀ ਹਾਂ, ਇਹਦੇ ਮੈਨੂੰ ਪੈਸੇ ਮਿਲਦੇ ਨੇ। ਐਡਵਰਟਾਈਜ਼ਮੈਂਟ ਦਾ ਮਤਲਬ ਕੀ ਹੈ? ਜਿਹੜਾ ਸਮਾਨ ਮੈਨੂੰ ਮੇਰੇ ਘਰ ਲਈ ਚਾਹੀਦਾ, ਜਿਵੇਂ ਦੇਖੋ ਇੱਕ ਐਗਜ਼ਾਮਪਲ ਆ, ਇੱਕ ਸ਼ਹਿਦ ਆ, ਹਨੀ ਸ਼ਹਿਦ, ਇੱਕ ਮੇਰੀ ਕੰਪਨੀ ਦਾ मोदी केयर कंपनी ਦਾ ਸ਼ਹਿਦ ਆ, ਜਿਹੜਾ मैं मेरे लिए यूज करती हाँ, मेरे गले वास्ते यूज करती हाँ, जब मैं चाह च पा के किसी तरीके भी इनू लैनी हाँ। मेरी जरूरत आ, पहला मैं डाबर का लैंदी सी, हुण मैं मोदी केयर का लैनी हाँ। क्यों लैनी हाँ? क्योंकि इस कंपनी तो समान मैनू 50% सस्ता मिलता। किस तरीके मिलता, यदा एक प्रोसीजर आ, तुहानू इस बिजनेस नू ज्वाइन करना पैंदा आधार कार्ड दे के, ना कि पैसे दे के। अजकल बहुत सारे लोग कहते हैं आधार कार्ड नहीं मैं देना, तुसीं इलैक्शन कार्ड भी दे सकते हो, पर जरा सोच के वेखो
जिदन टिकट बुक कराउण जांदे जे ना उदन आधार कार्ड दे के आउंदे जे, उदन उन्हां लोकां नूं दे के आउंदे जे जिन्हां 'च चोर बैठे हो सकदे आ। जिहड़ा तुहाडे कोल अज आधार कार्ड मंग रिहा ਉਹ ਤੁਹਾਡਾ ਆਪਣਾ ਵਾ, ਤੁਹਾਨੂੰ ਜਾਣਦਾ ਵਾ, ਉਹ ਤੁਹਾਨੂੰ ਗਲਤ ਨਹੀਂ ਕਰ ਸਕਦਾ। ਤੁਸੀਂ ਅਗਰ ਇੱਕ ਸਿਸਟਮ ਨੂੰ ਫੋਲੋ ਕਰੋਗੇ, ਇੱਕ ਸਿਸਟਮ ਦੇ ਵਿੱਚ ਆ ਜਾਓਗੇ ਤੇ ਇੱਕ ਦੁਕਾਨ ਤੋਂ ਸਮਾਨ ਲੋਗੇ ਜਿਹਦਾ ਨਾਮ ਮੋਦੀ ਕੇਅਰ ਦਾ ਦੁਕਾਨ, ਜਿਹੜੀ ਜਗ੍ਹਾ ਜਗ੍ਹਾ ਪਿੰਡਾਂ ਸ਼ਹਿਰਾਂ ਵਿੱਚ ਹੈ ਆ, ਅਗਰ ਤੁਸੀਂ ਉੱਥੋਂ ਸਮਾਨ ਲੈਂਦੇ ਹੋ ਤੇ ਤੁਹਾਨੂੰ ਇਹ ਜਿਹੜਾ ਸਮਾਨ ਆ ਇਹ ਤੁਹਾਨੂੰ ਕਾਫੀ ਸਸਤਾ ਮਿਲੂਗਾ ਤੇ ਨਾਲ ਹੀ ਨਾਲ ਇਹ ਤੁਹਾਨੂੰ ਬਹੁਤ ਵੱਡਾ ਬਿਜ਼ਨਸ ਦਊਗਾ। ਬਹੁਤ ਵੱਡਾ ਬਿਜ਼ਨਸ ਦਾ ਮਤਲਬ ਆ ਜਿੰਨਾ ਤੁਸੀਂ ਇੱਥੋਂ ਕਮਾਉਣਾ ਚਾਹੋ ਉਹਨਾਂ ਤੁਸੀਂ ਕਮਾ ਸਕਦੇ ਹੋ। ਐਸ ਬਿਜ਼ਨਸ ਵਿੱਚ ਇਸ ਵੇਲੇ ਹਿੰਦੁਸਤਾਨ ਦੇ ਵਿੱਚ, ਆਪਣੇ ਦੇਸ਼ ਵਿੱਚ, ਦਿੱਲੀ ਦੇ ਗੁੜਗਾਉਂ ਤੋਂ ਇੱਕ ਲੇਡੀ ਆ, ਉਸ ਬੀਬੀ ਨੇ ਇਸ ਬਿਜ਼ਨਸ ਨੂੰ 22 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ। ਇਸ ਵੇਲੇ ਉਹ 1.25 ਕਰੋੜ ਰੁਪਇਆ ਮਹੀਨਾ ਲੈ ਰਹੀ ਆ ਤੇ ਹਿੰਦੁਸਤਾਨ ਵਿੱਚ ਸਭ ਤੋਂ ਵੱਧ ਪੈਸਾ ਕਮਾਉਣ ਵਾਲੀ ਨੈਟਵਰਕਿੰਗ ਤੋਂ ਉਹ ਇੱਕ ਔਰਤ ਆ। ਦੂਸਰੀ, ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਮੈਂ ਤੁਹਾਡੇ ਸ਼ਹਿਰ ਅੰਮ੍ਰਿਤਸਰ ਤੋਂ ਆ, ਬਾਏ ਪ੍ਰੋਫੈਸ਼ਨ ਹਾਊਸ ਵਾਈਫ ਹੀ ਸੀਗੀ, ਬਹੁਤ ਪੜ੍ਹਾਈਆਂ ਨਹੀਂ ਵੀ ਕੀਤੀਆਂ, ਬਟ ਇਸ ਵੇਲੇ 3 ਲੱਖ ਰੁਪਇਆ ਮਹੀਨਾ ਕਮਾ ਰਹੀ ਹਾਂ। ਕਰਨਾ ਕੀ ਆ, ਸਿਰਫ ਸਮਾਨ ਲੈਣਾ। ਜਿਹਨੇ ਤੁਹਾਨੂੰ ਅੱਜ ਇਸ ਮੀਟਿੰਗ ਵਿੱਚ ਇਨਵਾਈਟ ਕੀਤਾ ਉਹਨੂੰ ਕਾਲ ਕਰਕੇ ਪੁੱਛੋ ਕਿ ਕਿਸ ਤਰ੍ਹਾਂ ਕੀਤਾ ਜਾ ਸਕਦਾ, ਕਿੰਨਾ ਕੀਤਾ ਜਾ ਸਕਦਾ। ਤੇ ਅਸੀਂ ਹਰ ਰੋਜ਼ 4 ਤੋਂ 5 ਇੱਕ ਮੀਟਿੰਗ ਕਰਦੇ ਆ ਜਿਹਦੇ ਵਿੱਚ ਅਸੀਂ ਪੰਜਾਬੀ ਵਿੱਚ ਗੱਲ ਕਰਦੇ ਆ ਤੇ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਅਸੀਂ, ਕੁਝ ਲੋਕਾਂ ਨੇ ਕੁਝ ਡਿਸੀਜਨ ਲੈਣੇ ਆ ਤਾਂ ਕਿ ਜਿਹੜੀ ਸਾਡੀ ਜ਼ਿੰਦਗੀ ਆ ਉਹ ਬਦਲ ਜਾਵੇ। ਅਗਰ ਤੁਹਾਡੇ ਚੋਂ ਕਿਸੇ ਨੂੰ ਵੀ ਕੋਈ ਸਵਾਲ ਕਰਨਾ ਤੇ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਅਗਰ ਤੁਹਾਨੂੰ ਸਾਰੀਆਂ ਗੱਲਾਂ ਕਲੀਅਰ ਨੇ ਤੇ ਆਪਣੇ ਡਾਕੂਮੈਂਟਸ ਆਪਣੇ ਅਪਲਾਈ ਨੂੰ ਭੇਜ ਸਕਦੇ ਹੋ। ਤੇ ਮੈਂ ਹੁਣ ਇਸ ਮੀਟਿੰਗ ਦੇ ਹੋਸਟ ਜੋਤੀ ਸਲਵਾਨ ਜੀ ਨੂੰ ਰਿਕੁਐਸਟ ਕਰਦੀ ਹਾਂ ਕਿ ਹੁਣ ਤੁਸੀਂ ਸਾਰਿਆਂ ਨਾਲ ਗੱਲ ਕਰੋ ਤੇ ਸਾਰਿਆਂ ਦੇ ਦਿਲਾਂ ਦੀ ਜਾਣੋ। ਥੈਂਕ ਯੂ ਮਨਦੀਪ, ਤੁਸੀਂ ਬਹੁਤ ਵਧੀਆ ਗਾਈਡ ਕੀਤਾ ਔਰ ਸਾਰਿਆਂ ਨੂੰ ਬਹੁਤ ਹੀ ਮੋਟੀਵੇਟ ਕੀਤਾ। ਬਿਜ਼ਨਸ ਤੇ ਬਹੁਤ ਸਿੰਪਲ ਆ, ਘਰ ਦਾ ਸਮਾਨ ਤੇ ਆਲਰੇਡੀ ਘਰਾਂ 'ਚ ਆ ਰਿਹਾ ਹੈ। ਕਰਨਾ ਕੀ ਹੈ, ਸਿਰਫ ਆਪਣੀ ਸ਼ੌਪ ਚੇਂਜ ਕਰਨੀ ਹੈ, ਕਿਉਂਕਿ ਇਸ ਸ਼ੌਪ ਚੇਂਜ ਕਰਨ ਨਾਲ ਹੀ ਸਾਡੀ ਸਾਰਿਆਂ ਦੀ ਜ਼ਿੰਦਗੀ ਜਿਹੜੀ ਹੈ ਉਹ ਬਦਲ ਜਾਂਦੀ ਹੈ, ਸਾਡੇ ਸੁਪਨੇ ਪੂਰੇ ਹੋਣੇ ਸ਼ੁਰੂ ਹੋ ਜਾਂਦੇ ਆ। ਮੈਂ ਚਾਹਾਂਗੀ ਪੂਜਾ ਮੈਮ ਤੁਸੀਂ ਜਰਾ ਦੱਸੋ, ਤੁਹਾਡੀ ਟੀਮ ਦੇ ਕੁਝ ਮੈਂਬਰਸ ਸਕਰੀਨ ਤੇ ਨਜ਼ਰ ਆ ਰਹੇ ਸੀ, ਤੁਸੀਂ ਉਹਨਾਂ ਨਾਲ ਮਿਲਵਾਓਗੇ? जी मैम, थैंक यू ज्योति मैम। गुड मॉर्निंग ज्योति, बहुत अच्छी। हाँ जी, गुड मॉर्निंग। हाँ जी, थैंक यू मनदीप मैम। हेलो, हाँ जी मैम, मेरे नाल गुरमीत कौर ने, और नवे मैंबर मेरे नाल ऐड होए ने ते बड़े मेहनती ने और अगांह वधू सोचदे ने ते उन्हां दा पर्पस यही सी कि मैं कुछ लाइफ च करा। ते फिर मैं उन्हां नूं मोदी केयर बारे दस्सिया ते ओह काफी मैंबर नाल ऐड कर रहे ने ते अच्छा काम करनगे। थैंक यू सो वेरी मच पूजा जी। मैं गुरमीत जी ਨੂੰ ਇੱਥੇ ਇਹ ਕਹਿੰਨੀ ਆ ਕਿ ਗੁਰਮੀਤ ਆਪਣੇ ਆਪ ਤੇ ਭਰੋਸਾ ਕਰਕੇ ਗਾਂਹ ਵਧਿਓ, ਸਹੀ ਸਮੇਂ ਸਹੀ ਲੋਕਾਂ ਦੇ ਨਾਲ ਸਹੀ ਜਗ੍ਹਾ ਤੇ ਹੋ। ਜ਼ਿੰਦਗੀ ਵਿੱਚ ਜਿਹਨੂੰ ਇਹ 3 ਚੀਜ਼ਾਂ ਮਿਲ ਜਾਂਦੀਆਂ ਉਹ ਜ਼ਿੰਦਗੀ 'ਚ ਕਿਤੇ ਨਾ ਕਿਤੇ ਪਹੁੰਚ ਜਾਂਦਾ। ਤੁਸੀਂ ਜਿਵੇਂ ਬਹੁਤ ਮਿਹਨਤ ਕਰ ਰਹੇ ਹੋ, ਪੂਜਾ ਜੀ ਨੇ ਦੱਸਿਆ, ਗਾਂਹ ਵਧੂ ਸੋਚ ਦੇ ਮਾਲਕ ਹੋ। ਅਗਰ ਤੁਸੀਂ ਸਿਰਫ ਆਪਣੇ ਆਪ ਨੂੰ ਡਿਸਿਪਲਿਨ 'ਚ ਲੈ ਆਏ, ਕੁਝ ਸਿੱਖਣ ਲਈ ਤਿਆਰ ਹੋ ਗਏ, ਹਰ ਰੋਜ਼ ਇੱਕ ਨਵੀਂ ਚੀਜ਼ ਪੂਜਾ ਜੀ ਕੋ ਸਿੱਖੋ, ਕਿਸ ਤਰੀਕੇ ਡੈਮੋ ਪਲਾਨ ਕਰਨਾ, ਕਿਸ ਤਰੀਕੇ ਗੱਲ ਕਰਨੀ, ਕਿਸ ਤਰੀਕੇ ਲੋਕਾਂ ਦੀ ਜ਼ਿੰਦਗੀ ਨੂੰ ਟੱਚ ਕਰਨਾ, ਖੁੱਲ ਕੇ ਬੋਲੋ ਤੇ ਸੱਚ ਬੋਲੋ ਤੇ ਤੁਸੀਂ ਬਹੁਤ ਜਲਦੀ ਆਪਣੀ ਫੈਮਿਲੀ ਦੇ ਸਾਰੇ ਸੁਪਨੇ ਪੂਰੇ ਕਰੋਗੇ ਜੋ ਪੂਰੇ ਕਰਨ ਵਾਸਤੇ ਤੁਸੀਂ ਇੱਥੇ ਆਏ ਹੋ। ਥੈਂਕ ਯੂ ਵੈਰੀ ਮਚ ਜੀ ਜੋਤੀ। ਹਾਂਜੀ ਰੰਜਨਾ ਮੈਮ, ਤੁਹਾਡੇ ਵੀ ਨਵੇਂ ਮੈਂਬਰ ਤੁਹਾਡੇ ਨਾਲ ਨੇ। ਮੈਂ ਸਕਰੀਨ ਤੇ ਕਿਰਨ ਮੈਮ ਨੂੰ ਵੀ ਦੇਖ ਰਹੀ ਸੀ। यस, गुड मॉर्निंग जी। हाँ जी मैम, अज मेरे सिस्टर मेरे चंदा जी जमशेदपुर टाटा नगर तो मेरे नाल सी। वेरी गुड। शायद हुण हाँ जी मैम, बहुत अच्छा लगा, बहुत वधिया गाइड किया तुसी भी, मैम ने भी। ठीक है रंजना जी, ऐसे ते मजा आ रहा काम करन च, बहुत अच्छा लग रहा। अपने काम दे नाल नाल इस बिजनेस ਨੂੰ ਇੰਜੋਏ ਕਰਕੇ ਕਰ ਰਹੇ ਆ ਮੈਮ। ਤੇ ਸੋਚਿਆ ਕਿ ਮਤਲਬ ਸੋਚਣਾ ਤੇ ਦੂਰ ਦੀ ਗੱਲ ਤੇ ਕਰਕੇ ਦਿਖਾਣਾ। जितने मनदीप मैम जी पहुंचे हैं, ज्योति मैम चल रहे हैं, उस मुकाम तक असी भी पहुंचना है, तो होरां नूं भी उस मुकाम तक पहुंचाना मैं। थैंक यू मैम। हाँ जी,
ਬਾਕੀ ਮਨਦੀਪ ਸਾਡੇ ਡੇਲੀ ਆਉਣ ਵਾਲੇ ਸਾਰੇ ਫਰੈਂਡਸ ਨੇ, ਤੁਸੀਂ ਬਹੁਤ ਵਧੀਆ ਮੋਟੀਵੇਸ਼ਨਲ ਲੈਕਚਰ ਕੀਤਾ। ਅੱਜ ਸਾਡੇ ਭਗਵਾਨ ਪਾਟਿਲ ਵੀ ਸਾਹਮਣੇ ਨਜ਼ਰ ਆ ਰਹੇ ਨੇ। ਭਈਆ ਥੋੜੇ ਵਰਡਸ ਤੋਂ ਗਾਈਡੈਂਸ ਲਵਾਂਗੇ ਤਾਂ ਕਿ ਅਸੀਂ ਵੀ ਪੂਰੇ ਮੋਟੀਵੇਟ ਹੋ ਕੇ ਇਸ ਬਿਜ਼ਨਸ ਨੂੰ ਬਿਲਡ ਕਰਨਾ ਸਿੱਖੀਏ ਔਰ ਤੁਹਾਡੇ ਲਕਸ਼ੇ ਕਦਮ ਤੇ ਚੱਲੀਏ। ਥੈਂਕ ਯੂ ਫਰੈਂਡਸ। ਗੁੱਡ ਮੋਦੀ ਕੇਅਰ ਮਾਰਨਿੰਗ।